ਤੁਸੀਂ ਕਹਿ ਰਹੇ ਸੀ ਕਿ ਜੇਕਰ ਤੁਸੀਂ ਆਪਣੇ ਪਿਸ਼ਾਬ ਕਰਨ ਦਾ ਤਰੀਕਾ ਠੀਕ ਕਰ ਲਓ ਤਾਂ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ। ਉਹ ਕੀ ਦੱਸਿਆ ਸੀ, ਕੀ ਸਮਝਾਇਆ ਸੀ? ਇਹਨਾਂ ਆਪਾਂ ਇਹਨੂੰ ਕਹਿੰਦੇ ਆ ਤਰਕੂਨ ਫਾਰਮੂਲਾ ਹੁੰਦਾ ਇੱਕ ਜ਼ਿੰਦਗੀ ਦਾ, ਬੜਾ ਕੀਮਤੀ ਫਾਰਮੂਲਾ। ਮੇਰੇ ਦੇਖਣ ਵਾਲੇ ਸਾਰਿਆਂ ਨੂੰ, ਵੀਰਾਂ ਨੂੰ ਮੈਂ ਅਪੀਲ ਕਰਦਾ ਵਾਂ, ਜੇ ਤੁਸੀਂ ਇਹ ਫਾਰਮੂਲਾ ਗਰਮੀ ਦੇ ਮੌਸਮ ਦੇ ਵਿੱਚ ਆਪਣੇ ਉੱਪਰ ਇੰਪਲੀਮੈਂਟ ਕਰ ਲਓ, ਅਜਮਾ ਲਓ, ਤੁਹਾਨੂੰ ਕਦੀ ਵੀ ਗਰਮੀ ਦਾ ਜਾਂ ਧਾਤ ਦਾ ਰੋਗ ਨਹੀਂ ਹੋਏਗਾ, ਇਨਫੈਕਸ਼ਨ ਨਹੀਂ ਹੋਏਗੀ, ਤੁਹਾਡੇ ਅੰਦਰ ਐਸਿਡ ਨਹੀਂ ਬਣੇਗਾ। ਦੇਖੋ ਜੀ, ਜਿਹੜਾ ਬਲੈਡਰ ਹੈ ਨਾ, ਉਹ ਇੱਕ ਤਰ੍ਹਾਂ ਨਾਲ ਇੱਕ ਗੁਬਾਰਾ ਹੈ, ਠੀਕ ਹੈ। ਜਦੋਂ ਉਹ ਗੁਬਾਰੇ ਦੇ ਥੱਲੇ ਜਿਹੜਾ ਹੇਠਲਾ ਹਿੱਸਾ ਉਹਦੇ ਵਿੱਚ ਪਿਸ਼ਾਬ ਥੋੜ੍ਹਾ ਜਿਹਾ ਬਚਿਆ ਰਹਿ ਜਾਏਗਾ, ਉਹ ਉਹਨਾਂ ਜਿਹੜੀ ਚੀਜ਼ ਹੈ ਨਾ, ਉਹਨੂੰ ਉਹਨਾਂ ਗਾਲਣਾ ਸ਼ੁਰੂ ਕਰ ਦੇਗਾ। ਹੁਣ ਤੱਕ ਦੇ ਜੀ ਲਗਭਗ ਸਾਰੇ ਲੋਕ ਨੇ ਜਿਹੜੇ ਉਹ ਖੜੇ ਹੋ ਕੇ ਯੂਰਨ ਪਾਸ ਕਰਨ ਦੀ ਆਦਤ ਹੈ ਜਿਹੜੀ ਸਭ ਨੂੰ ਪਈ ਹੋਈ ਹੈ, ਪਰ ਇਹ ਤੁਸੀਂ ਅੱਜ ਨਵੀਂ ਗੱਲ ਦੱਸ ਰਹੇ ਹੋ ਕਿ ਬੈਠ ਕੇ ਪਿਸ਼ਾਬ ਕਰਨਾ ਚਾਹੀਦਾ। ਪਿਸ਼ਾਬ ਜਿਹੜਾ ਪੂਰੇ ਪ੍ਰੈਸ਼ਰ ਨਾਲ ਨਹੀਂ ਨਿਕਲਦਾ ਅੰਦਰੋਂ, ਜਿਹੜੀ ਗਰਮੀ ਅੰਦਰ ਰਹਿ ਜਾਂਦੀ, ਉਹਦੇ ਕਰਕੇ ਹੀ ਆਪਾਂ ਜਦੋਂ ਯੂਰਿਨ ਦਾ ਟੈਸਟ ਕਰਾਉਂਦੇ ਆ ਤਾਂ ਸਾਡੇ ਵਿੱਚ ਪਸ ਸੈੱਲ ਆਉਣੇ ਸ਼ੁਰੂ ਹੋ ਜਾਂਦੇ ਨੇ, ਉਹਦੇ ਕਰਕੇ ਧਾਤ ਦੀ ਪ੍ਰੋਬਲਮ ਹੁੰਦੀ ਹੈ, ਉਹਦੇ ਕਰਕੇ ਨਾਈਟਫਾਲ ਹੁੰਦਾ। ਪਿਸ਼ਾਬ ਦਾ ਪ੍ਰੈਸ਼ਰ ਬਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਅਤੇ ਪ੍ਰੈਸ਼ਰ ਬਣਨ ਲਈ ਬੈਠ ਕੇ ਪਿਸ਼ਾਬ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹਦੇ ਤੋਂ ਵੀ ਫਿਰ ਇਨਫੈਕਸ਼ਨ ਹੁੰਦੀ ਹੈ ਜੀ, ਜੇਕਰ ਥੋੜ੍ਹਾ ਬਹੁਤ ਜਿਹੜਾ ਪਿਸ਼ਾਬ ਦੇ ਛਿੱਟੇ ਹੈਗੇ ਆ, ਪਿਸ਼ਾਬ ਦਾ ਕੋਈ ਕਤਰਾ ਹੈਗਾ ਉਸ ਪਾਰਟ ਦੇ ਉੱਤੇ ਲੱਗ ਜਾਂਦਾ, ਪ੍ਰਾਈਵੇਟ ਪਾਰਟ ਦੇ ਉੱਤੇ ਲੱਗ ਜਾਂਦਾ, ਉਹਦੇ ਨਾਲ ਵੀ ਫਿਰ ਇਨਫੈਕਸ਼ਨ ਫੈਲਦੀ ਹੈ ਜੀ। ਕਿਉਂਕਿ ਜਦੋਂ ਵੀ ਆਪਾਂ ਯੂਰੀਨੇਟ ਕਰਦੇ ਹਾਂ, ਉਹਦੇ ਤੋਂ ਬਾਅਦ ਇਨਫੈਕਸ਼ਨ ਥੋੜ੍ਹੀ ਬਹੁਤੀ ਉਹਦੇ ਉੱਤੇ ਆਪਣੇ ਪਾਰਟ ਦੇ ਉੱਤੇ ਲੱਗੀ ਰਹਿ ਜਾਂਦੀ ਹੈ, ਉਹਨੂੰ ਸਾਫ਼ ਰੱਖਣਾ ਵੀ ਬਹੁਤ ਜ਼ਰੂਰੀ ਹੈ। ਕਿਉਂਕਿ ਉਹਦੇ ਨਾਲ ਇਨਫੈਕਸ਼ਨ ਫੈਲਦੀ, ਉਹਦੇ ਨਾਲ ਇੱਕ ਹੋਰ ਬੜੀ ਵੱਡੀ ਖਤਰੇ ਵਾਲੀ ਗੱਲ ਹੁੰਦੀ ਹੈ ਵੀ ਉਹ ਜਿਹੜੀ ਇਨਫੈਕਸ਼ਨ ਹੈ, ਜਿਹੜਾ ਉਹ ਤੇਜ਼ਾਬ ਹੈ, ਜੇ ਉਹ ਤੁਹਾਡੇ ਪਾਰਟਨਰ ਨੂੰ ਲੱਗ ਜੇ, ਤੁਹਾਡੇ ਪਾਰਟਨਰ ਨੂੰ ਟੱਚ ਹੋ ਜੇ, ਉਹਨਾਂ ਨੂੰ ਵੀ ਯੂਰਿਨ ਇਨਫੈਕਸ਼ਨ ਹੋ ਜਾਏਗੀ। ਫਿਰ ਤੁਸੀਂ ਅਜਿਹਾ ਕਿਹੜਾ ਸਕੈਨਰ ਲਾਇਆ ਹੋਇਆ, ਤੁਸੀਂ ਉਹਦੀਆਂ ਰਿਪੋਰਟਾਂ ਪੜ੍ਹਨ ਤੋਂ ਪਹਿਲਾਂ ਹੀ ਜਿਹੜਾ ਤੁਸੀਂ ਉਹਨੂੰ ਦੱਸਦਾ ਵੀ ਤੈਨੂੰ ਆਹ ਦਿੱਕਤ ਹੈਗੀ, ਆਹ ਇਨਫੈਕਸ਼ਨ ਹੈਗੀ ਹੈ ਤੈਨੂੰ, ਉਹ ਤੁਹਾਨੂੰ ਕਿਵੇਂ ਪਤਾ ਲੱਗਦਾ ਕਿ ਮਿਸਟਰ ਸਿੰਘ ਯੂ ਆਰ ਮਜੀਸ਼ੀਅਨ, ਵੀ ਤੂੰ ਜਾਦੂਗਰ ਹੈ, ਵੀ ਕੀ ਹੈ ਤੈਨੂੰ ਕਿੱਦਾਂ ਪਤਾ ਲੱਗ ਗਿਆ? ਸੋ ਮੇਰਾ ਇਹ ਜਿਹੜਾ ਅਵੇਅਰਨੈਸ ਕੈਂਪੇਨ ਹੈ, ਇਹ ਇੱਥੇ ਹੀ ਆਪਣੇ ਕਲੀਨਿਕ ਤੱਕ ਸੀਮਤ ਨਹੀਂ, ਅਸੀਂ ਬਹੁਤ ਜਲਦ ਪਲਾਨ ਕਰ ਰਹੇ ਹਾਂ ਵੀ ਆਪਾਂ ਹਰ ਇੱਕ ਪੰਜਾਬ ਦੇ ਛੋਟੇ ਵੱਡੇ ਸ਼ਹਿਰ 'ਚ ਜਾਵਾਂਗੇ, ਜਾ ਕੇ ਉੱਥੇ ਇੱਕ ਫ੍ਰੀ ਆਪਣਾ ਕੈਂਪ ਲਾਇਆ ਜਾਏਗਾ, ਜਿਹਦੇ ਵਿੱਚ ਹਰ ਇੱਕ ਪੇਸ਼ੈਂਟ ਦੇ ਜਿਹਨੇ ਇਲਾਜ ਕਰਾਉਣਾ ਜਾਂ ਜਿਹਨੇ ਨਹੀਂ ਵੀ ਕਰਾਉਣਾ, ਉਹਨਾਂ ਦਾ ਜਿਹੜਾ ਮੈਡੀਕਲ ਟੈਸਟ ਹੈ ਉਹ ਬਿਲਕੁਲ ਫ੍ਰੀ ਆਫ ਕਾਸਟ ਕੀਤਾ ਜਾਏਗਾ। ਕਿ ਗਰਮੀਆਂ ਦੇ ਮੌਸਮ ਦੇ ਵਿੱਚ ਖੁਦ ਨੂੰ ਤਗੜਾ ਰੱਖਣ ਦੇ ਲਈ, ਖੁਦ ਨੂੰ ਤਾਕਤਵਰ ਰੱਖਣ ਦੇ ਲਈ ਕਿੱਦਾਂ ਦੀ ਡਾਈਟ ਹੈ ਜਿਹੜੀ ਉਹ ਹੋਣੀ ਚਾਹੀਦੀ? ਦੇਖੋ ਜੀ, ਪਹਿਲੇ ਟਾਈਮ ਤੇ ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਅੱਜ ਤੁਹਾਡੀ ਮੁਲਾਕਾਤ ਇੱਕ ਵਾਰ ਫੇਰ ਗੋਰਿਆਂ ਦੇ ਵੈਦ ਹਰਸ਼ਬੀਰ ਸਿੰਘ ਹੋਰਾਂ ਨਾਲ ਕਰਵਾਉਣ ਜਾ ਰਹੇ ਹਾਂ, ਕਿਉਂਕਿ ਇਸ ਵੇਲੇ ਮੈਨੂੰ ਬਹੁਤ ਜ਼ਿਆਦਾ ਫੋਨ ਕਾਲਸ ਨੇ ਜਿਹੜੇ ਉਹ ਆ ਰਹੇ ਨੇ। ਵੱਖੋ-ਵੱਖ ਜਦੋਂ ਦੀਆਂ ਅਸੀਂ ਕਹਿ ਲਈਏ ਕਿ ਗਰਮੀਆਂ ਦੀ ਸ਼ੁਰੂਆਤ ਹੋਈ ਹੈ, ਗਰਮੀਆਂ ਦਾ ਮੌਸਮ ਸ਼ੁਰੂ ਹੋਇਆ ਹੈ, ਤਾਂ ਵੱਖ-ਵੱਖ ਫੋਨ ਕਾਲਸ ਆ ਰਹੇ ਨੇ। ਲੋਕਾਂ ਦੇ ਬੜੇ ਕੰਸਰਨ ਨੇ ਜਿਹੜੇ ਉਹ ਇਕੱਠੇ ਹੋਏ ਪਏ ਨੇ, ਔਰ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਜਵਾਬ ਨੇ ਉਹ ਗੋਰਿਆਂ ਦੇ ਵੈਦ ਹਰਸ਼ਬੀਰ ਤੋਂ ਹੀ ਚਾਹੁੰਦੇ ਨੇ। ਸੋ ਅਜਿਹੇ ਦੇ ਵਿੱਚ ਬਹੁਤ ਸਾਰੇ ਸਵਾਲ ਆ ਮੈਂ ਇਕੱਠੇ ਕਰਕੇ ਲੈ ਕੇ ਆਇਆ, ਜਿਹੜੇ ਕਿ ਮੈਨੂੰ ਫੋਨ ਕਾਲਸ ਦੇ ਉੱਤੇ ਪ੍ਰਾਪਤ ਹੋਏ ਨੇ। ਅਤੇ ਜਦੋਂ ਮੈਨੇ ਇਹ ਸਵਾਲ ਵੈਦ ਹਰਸ਼ਬੀਰ ਹੋਰਾਂ ਕੋਲ ਰੱਖੇ ਤਾਂ ਉਹਨਾਂ ਨੇ ਜੋ ਜਵਾਬ ਮੈਨੂੰ ਬਿਹਾਈਂਡ ਦਾ ਕੈਮਰਾ ਦਿੱਤੇ ਤਾਂ ਉਹ ਸੁਣ ਕੇ ਮੈਂ ਸੁਣ ਰਹਿ ਗਿਆ। ਅਤੇ ਮੈਨੂੰ ਲੱਗਦਾ ਹੈ ਕਿ ਜੇਕਰ ਜੋ ਜਵਾਬ ਵੈਦ ਜੀ ਨੇ ਸਾਨੂੰ ਦਿੱਤੇ ਨੇ, ਜਾਂ ਜੋ ਉਹਨਾਂ ਦੇ ਤਜਰਬੇ ਦੇ ਵਿੱਚੋਂ ਉਹਨਾਂ ਨੇ ਹਾਸਿਲ ਕਰਕੇ ਜੋ ਲੋਕਾਂ ਦਾ ਇਲਾਜ ਉਹ ਕਰਦੇ ਨੇ, ਜੇਕਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਈਏ ਤਾਂ ਮੈਨੂੰ ਲੱਗਦਾ ਹੈ ਕਿ 50 ਤੋਂ 70% ਕਮਜ਼ੋਰੀ ਵਾਲੀਆਂ ਬਿਮਾਰੀਆਂ ਜਿਹੜੀਆਂ ਉਹ ਸਾਨੂੰ ਲੱਗ ਹੀ ਨਹੀਂ ਸਕਦੀਆਂ। ਕਿਵੇਂ ਨਹੀਂ ਲੱਗ ਸਕਦੀਆਂ, ਅਸੀਂ ਸ਼ੁਰੂਆਤ ਕਰ ਲੈਂਦੇ ਹਾਂ। ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਬੜਾ ਬਿਜ਼ੀ ਸ਼ਡਿਊਲ ਉਹਨਾਂ ਦਾ ਹੁੰਦਾ ਹੈ, ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਸਾਡੇ ਨਾਲ ਗੱਲਬਾਤ ਕਰਦੇ ਨੇ। ਅਸੀਂ ਸ਼ੁਰੂਆਤ ਕਰ ਲੈਂਦੇ ਹਾਂ, ਪਹਿਲਾਂ ਹਮੇਸ਼ਾ ਦੀ ਤਰ੍ਹਾਂ ਸਵਾਗਤ ਕਰ ਲੈਂਦੇ ਹਾਂ। ਵੈਦ ਜੀ, ਬਹੁਤ-ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ। ਸਤਿ ਸ਼੍ਰੀ ਅਕਾਲ ਜੀ ਦੇਖਣ ਵਾਲੇ ਸਾਰਿਆਂ ਨੂੰ। ਮੇਰੀ ਵੈਦ ਹਰਸ਼ਬੀਰ ਸਿੰਘ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਛਾ ਵੈਦ ਜੀ, ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਹੋਇਆ ਕਿ ਗਰਮੀਆਂ ਦੇ ਵਿੱਚ ਅਜਿਹੀਆਂ ਬਿਮਾਰੀਆਂ ਸਰੀਰ ਨੂੰ ਹੋ ਜਾਂਦੀਆਂ ਨੇ ਕਿ ਬੰਦਾ ਰਾਤ ਨੂੰ ਸੌਣ ਤੋਂ ਪਹਿਲਾਂ ਬਹੁਤ ਵਾਰ ਸੋਚਦਾ ਵੀ ਮੈਂ ਸੌਵਾਂ ਜਾਂ ਨਾ ਸੌਵਾਂ। ਦੇਖੋ ਜੀ, ਸਾਰੀਆਂ ਜਿਹੜੀਆਂ ਬਿਮਾਰੀਆਂ ਨੇ ਗਰਮੀ ਦੀਆਂ, ਇਹ ਹੁੰਦੀਆਂ ਇਨਫੈਕਸ਼ਨ ਕਰਕੇ। ਇਨਫੈਕਸ਼ਨ ਅੰਦਰ ਇੱਕ ਸਰੀਰ ਦੇ ਵਿੱਚ ਨਾ ਇੱਕ ਐਸਿਡ ਬਣਦਾ, ਜਿਹਨੂੰ ਆਪਾਂ ਤੇਜ਼ਾਬ ਵੀ ਕਹਿ ਲਈਦਾ। ਉਹ ਤੇਜ਼ਾਬ ਜਿਹੜਾ ਬੰਦੇ ਨੂੰ ਇੰਨਾ ਕੁ ਜ਼ਿਆਦਾ ਰੈਸਟਲੈਸ ਕਰ ਦਿੰਦਾ, ਬੰਦਾ, ਤੁਹਾਡੀ ਗੱਲ ਸਹੀ ਹੈ ਵੀ ਸੌਣ ਤੋਂ ਪਹਿਲਾਂ ਇਹੀ ਸੋਚਦਾ ਵੀ ਮੈਂ ਸੌਵਾਂ ਕਿ ਨਾ ਸੌਵਾਂ। ਪਰ ਇਹ ਬਹੁਤ ਸਾਰੀਆਂ ਬਿਮਾਰੀਆਂ ਤੋਂ ਆਪਾਂ ਬਿਨਾਂ ਕਿਸੇ ਦਵਾਈ ਤੋਂ ਨਿਜਾਤ ਵੀ ਪਾ ਸਕਦੇ ਹਾਂ। ਦੇਖਣ ਵਾਲਿਆਂ ਨੂੰ ਸੁਣ ਕੇ ਹੈਰਾਨੀ ਵੀ ਹੋਏਗੀ, ਅਤੇ ਕਈਆਂ ਨੂੰ ਇਸ ਗੱਲ ਦੇ ਉੱਤੇ, ਮੇਰੀ ਗੱਲ ਦੇ ਉੱਤੇ ਯਕੀਨ ਵੀ ਨਹੀਂ ਹੋਏਗਾ ਵੀ ਇਹ ਗੱਲਾਂ ਵਾਕਈ ਸੱਚੀਆਂ ਨੇ।
ਤੇ ਆਪਾਂ ਆਯੁਰਵੇਦ ਦੇ ਵਿੱਚ ਇਹ ਗੱਲਾਂ ਕਰੀਦੀਆਂ ਵੀ ਬਿਮਾਰੀ ਤੋਂ ਆਪਾਂ ਪਰਮਾਨੈਂਟਲੀ ਛੁਟਕਾਰਾ ਕਿੱਦਾਂ ਪਾਣਾ, ਆਪਾਂ ਰੋਗ ਦੀ ਜੜ੍ਹ ਦੇ ਉੱਤੇ ਕੰਮ ਕਰੀਦਾ, ਨਾ ਕਿ ਬਿਮਾਰੀ ਨੂੰ ਕਿਸੇ ਤਰੀਕੇ ਸਪਰੈਸ ਕਰਕੇ ਉਹਨੂੰ ਦਬਾ ਕੇ ਉਹਨੂੰ ਵਧਣ ਦਾ ਮੌਕਾ ਦਿੱਤਾ ਜਾਏ। ਅੱਛਾ, ਮੈਨੂੰ ਇੱਕ ਗੱਲ ਸਮਝਾਓ, ਜਿਹੜੇ ਤੁਹਾਡੇ ਕੋਲ ਇਸ ਵੇਲੇ ਇੱਕ ਨੌਜਵਾਨ ਬੈਠਾ ਸੀ, ਤੁਸੀਂ ਅਜਿਹਾ ਕਿਹੜਾ ਸਕੈਨਰ ਲਾਇਆ ਹੋਇਆ, ਤੁਸੀਂ ਉਹਦੀਆਂ ਰਿਪੋਰਟਾਂ ਪੜ੍ਹਨ ਤੋਂ ਪਹਿਲਾਂ ਹੀ ਜਿਹੜਾ ਤੁਸੀਂ ਉਹਨੂੰ ਦੱਸਦਾ ਵੀ ਤੈਨੂੰ ਆਹ ਦਿੱਕਤ ਹੈਗੀ, ਆਹ ਇਨਫੈਕਸ਼ਨ ਹੈਗੀ ਹੈ ਤੈਨੂੰ, ਉਹ ਤੁਹਾਨੂੰ ਕਿਵੇਂ ਪਤਾ ਲੱਗਦਾ ਹੈ? ਦੇਖੋ ਜੀ, ਹੁਣ ਇੰਨੇ ਸਾਲ ਹੋ ਗਏ ਨੇ, ਜੇ ਹਜੇ ਵੀ ਨਾ ਪਤਾ ਲੱਗਾ ਤਾਂ ਫਿਰ ਕਦੋਂ ਪਤਾ ਲੱਗਣਾ। ਤੇ ਜਦੋਂ ਅਗਲਾ ਸਿੰਪਟਮਸ ਦੱਸਦਾ ਨਾ ਮੈਨੂੰ, ਇੱਕ ਤਾਂ ਉਹਦੀ ਉਮਰ ਤੋਂ ਜੱਜਮੈਂਟ ਲੱਗ ਜਾਂਦੀ ਹੈ, ਦੂਜੇ ਨੰਬਰ 'ਤੇ ਉਹਦੇ ਮੁਹਾਂਦਰੇ ਤੋਂ, ਉਹਦੀਆਂ ਅੱਖਾਂ ਤੋਂ ਪਤਾ ਲੱਗ ਜਾਂਦਾ ਸਾਨੂੰ ਵੀ ਕੀ ਪ੍ਰੋਬਲਮ ਹੈਗੀ ਆ। ਸੋ ਇਹ ਐਕਸਪੀਰੀਅੰਸ ਦੀਆਂ ਗੱਲਾਂ ਨੇ। ਜਦੋਂ ਬੰਦੇ ਕੋਲ ਐਕਸਪੀਰੀਅੰਸ ਹੁੰਦਾ ਇੰਨਾ ਲੰਬਾ ਚੌੜਾ, ਅਤੇ ਮੈਂ ਉਹਦੀ ਰਿਪੋਰਟ ਤੋਂ ਪਹਿਲਾਂ ਦੱਸਦਾ ਵੀ ਤੈਨੂੰ ਪਸ ਦੀ ਸ਼ਿਕਾਇਤ ਹੈ, ਅਤੇ ਉਹੀ ਉਹਦੀ ਰਿਪੋਰਟਾਂ ਦੇ ਵਿੱਚ ਉਹੀ ਚੀਜ਼ਾਂ ਆਈਆਂ ਨੇ। ਅਤੇ ਸੋ ਹੁਣ ਬੈਠੇ ਨੇ ਸਾਡੇ ਤੋਂ ਬਹੁਤ ਦੂਰ, ਕਈ 100 ਕਿਲੋਮੀਟਰ ਦੂਰ ਗੋਰੇ ਬੈਠੇ ਨੇ, ਅਤੇ ਆਪਾਂ ਗੋਰਿਆਂ ਦੀਆਂ ਗੱਲਾਂ ਬਾਤਾਂ ਸੁਣ ਕੇ ਉਹਨਾਂ ਦਾ ਰੋਗ ਦਾ ਜਿਹੜੀਆਂ ਗੱਲਾਂ ਉਹਨਾਂ ਨੂੰ ਉਹ ਫੇਸ ਕਰਦੇ ਹੁੰਦੇ ਨੇ, ਆਪਾਂ ਉਹਨਾਂ ਨੂੰ ਉਹਨਾਂ ਦੇ ਦੱਸੇ ਬਿਨਾਂ ਦੱਸ ਦਈਦੀਆਂ ਵੀ ਤੈਨੂੰ ਆਹ ਵੀ ਪ੍ਰੋਬਲਮ ਹੈਗੀ, ਤੈਨੂੰ ਇਹ ਵੀ ਹੈਗੀ ਹੈ। ਅਤੇ ਉਹ ਕਹਿੰਦੇ ਵੀ ਮਿਸਟਰ ਸਿੰਘ ਯੂ ਆਰ ਮਜੀਸ਼ੀਅਨ, ਵੀ ਤੂੰ ਜਾਦੂਗਰ ਹੈ, ਵੀ ਕੀ ਹੈ ਤੂੰ, ਤੈਨੂੰ ਕਿੱਦਾਂ ਪਤਾ ਲੱਗ ਗਿਆ। ਸੋ ਐਕਸਪੀਰੀਅੰਸ ਦੀਆਂ ਗੱਲਾਂ ਵੀ ਜੇ ਬੰਦੇ ਦੇ ਕੋਈ ਐਕਸਪੀਰੀਅੰਸ ਹੋਏਗਾ, ਫਾਦਰ ਸਾਹਿਬ ਦੀਆਂ ਗਾਲਾਂ ਖਾਧੀਆਂ, ਜੁੱਤੀਆਂ ਖਾਧੀਆਂ, ਉਹ ਰਾਸ ਆਈਆਂ ਵੀ ਉਹਨਾਂ ਨੇ ਜਿਹੜੀਆਂ ਕੀਮਤੀ ਗੱਲਾਂ ਸਮਝਾਈਆਂ, ਤਾਲੀਮ ਦਿੱਤੀ, ਜਿਹੜਾ ਉਹਨਾਂ ਦੇ ਆਪਾਂ ਅੰਗ ਸੰਗ ਰਹਿ ਕੇ ਉਹਨਾਂ ਕੋਲ ਉਹਨਾਂ ਦੇ ਗੁਰ ਸਿੱਖੇ, ਉਹ ਅੱਜ ਉਹਨਾਂ ਚੀਜ਼ਾਂ ਦੀ ਖੱਟੀ ਖਾ ਰਹੇ ਹਾਂ ਆਪਾਂ। ਅੱਛਾ, ਤੁਸੀਂ ਇਹ ਦੱਸ ਰਹੇ ਸੀ ਕਿ ਜੇਕਰ ਅਸੀਂ ਪਿਸ਼ਾਬ ਕਰਨ ਦਾ ਤਰੀਕਾ ਠੀਕ ਕਰ ਲਈਏ, ਤੁਸੀਂ ਦੱਸ ਰਹੇ ਸੀ ਕਿ ਤੁਹਾਡਾ ਪਿਸ਼ਾਬ ਕਰਨ ਦਾ ਜਿਹੜਾ ਤਰੀਕਾ ਠੀਕ ਨਹੀਂ ਹੈ, ਜਿਸ ਕਰਕੇ ਤੁਹਾਨੂੰ ਇਨਫੈਕਸ਼ਨ ਹੋਈ ਹੈ। ਅਤੇ ਜੇਕਰ ਲੋਕ ਨੇ ਜਾਂ ਹੋਰ ਜਿਹੜੇ ਇੱਦਾਂ ਦੇ ਰੋਗੀ ਨੇ ਜਾਂ ਜਿਨ੍ਹਾਂ ਨੂੰ ਇਹ ਸੰਭਾਵਿਤ ਰੋਗ ਹੋ ਸਕਦਾ ਹੈ, ਤੁਸੀਂ ਕਹਿ ਰਹੇ ਸੀ ਕਿ ਜੇਕਰ ਤੁਸੀਂ ਆਪਣੇ ਪਿਸ਼ਾਬ ਕਰਨ ਦਾ ਤਰੀਕਾ ਠੀਕ ਕਰ ਲਓ ਤਾਂ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ। ਉਹ ਕੀ ਦੱਸਿਆ ਸੀ, ਕੀ ਸਮਝਾਇਆ ਸੀ, ਉਹ ਇੱਕ ਵਾਰ ਸਾਡੇ ਦਰਸ਼ਕਾਂ ਨਾਲ ਜਿਹੜੀ ਤੁਸੀਂ ਰਾਏ ਉਸ ਨੌਜਵਾਨ ਨੂੰ ਦਿੱਤੀ ਸੀ, ਉਹ ਸਾਡੇ ਦਰਸ਼ਕਾਂ ਨਾਲ ਵੀ ਜ਼ਰੂਰ ਸਾਂਝੀ ਕਰੋ। ਕਿਉਂ ਰਾਏ ਦਿੱਤੀ ਸੀ ਔਰ ਉਹਦੇ ਪਿੱਛੇ ਕਾਰਨ ਕੀ ਸੀ? ਦੇਖੋ ਫਰੂਕੀ ਸਾਹਿਬ, ਆਪਾਂ ਇਹਨੂੰ ਕਹਿੰਦੇ ਆ ਤਰਕੂਨ ਫਾਰਮੂਲਾ ਹੁੰਦਾ ਇੱਕ ਜ਼ਿੰਦਗੀ ਦਾ, ਬੜਾ ਕੀਮਤੀ ਫਾਰਮੂਲਾ। ਮੇਰੇ ਦੇਖਣ ਵਾਲੇ ਸਾਰਿਆਂ ਨੂੰ, ਵੀਰਾਂ ਨੂੰ ਮੈਂ ਅਪੀਲ ਕਰਦਾ ਵਾਂ, ਜੇ ਤੁਸੀਂ ਇਹ ਫਾਰਮੂਲਾ ਗਰਮੀ ਦੇ ਮੌਸਮ ਦੇ ਵਿੱਚ ਆਪਣੇ ਉੱਪਰ ਇੰਪਲੀਮੈਂਟ ਕਰ ਲਓ, ਅਜਮਾ ਲਓ, ਤੁਹਾਨੂੰ ਕਦੀ ਵੀ ਗਰਮੀ ਦਾ ਜਾਂ ਧਾਤ ਦਾ ਰੋਗ ਨਹੀਂ ਹੋਏਗਾ, ਇਨਫੈਕਸ਼ਨ ਨਹੀਂ ਹੋਏਗੀ, ਤੁਹਾਡੇ ਅੰਦਰ ਐਸਿਡ ਨਹੀਂ ਬਣੇਗਾ। ਸਭ ਤੋਂ ਪਹਿਲਾਂ ਤਾਂ ਗਰਮੀ ਦੇ ਮੌਸਮ ਦੇ ਵਿੱਚ ਵੱਧ ਤੋਂ ਵੱਧ ਪਾਣੀ ਪੀਣਾ, ਜਿਹੜਾ ਪਾਣੀ ਪੀਣਾ ਉਹ ਠੰਡਾ ਪਾਣੀ ਨਹੀਂ ਪੀਣਾ, ਨੋਰਮਲ ਜਿਹਨੂੰ ਆਪਾਂ ਕਹਿੰਦੇ ਰੂਮ ਟੈਂਪਰੇਚਰ ਵਾਲਾ ਪਾਣੀ ਪੀਣਾ ਆਪਾਂ ਘੱਟੋ ਘੱਟ 4 ਤੋਂ 5 ਲੀਟਰ। ਜਿਹੜੀ ਦੂਜੀ ਮੇਨ ਇੰਪੋਰਟੈਂਟ ਜਿਹੜੀ ਗੱਲ ਹੈ, ਜਿਹੜੇ ਬਾਰੇ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੈ, ਮੈਨੂੰ ਲੱਗਦਾ ਵੀ ਦੇਖਣ ਵਾਲੇ ਲੋਕਾਂ ਦੇ ਵਿੱਚੋਂ ਬਹੁਤ ਘੱਟ ਇਸ ਗੱਲ ਦੀ ਸਮਝ ਰੱਖਦੇ ਹੋਣਗੇ ਵੀ ਜਦੋਂ ਤੱਕ ਯੂਰਿਨ ਦਾ ਪ੍ਰੈਸ਼ਰ ਨਹੀਂ ਬਣਦਾ, ਪਿਸ਼ਾਬ ਦਾ ਚੰਗੀ ਤਰ੍ਹਾਂ ਪ੍ਰੈਸ਼ਰ ਨਹੀਂ ਬਣੇਗਾ, ਉਦੋਂ ਤੱਕ ਤੁਹਾਡੇ ਅੰਦਰੋਂ ਜਿਹੜੇ ਬੋਡੀ ਦੇ ਅੰਦਰ ਜਿਹੜੇ ਐਸਿਡ ਬਣਦੇ ਨੇ ਜਾਂ ਇਨਫੈਕਸ਼ਨ ਬਣਦੀ ਹੈ ਜਾਂ ਟੌਕਸਿਨ ਬਣਦੇ ਨੇ, ਉਹ ਚੀਜ਼ਾਂ ਰਿਮੂਵ ਨਹੀਂ ਹੋ ਸਕਦੀਆਂ। ਪਿਸ਼ਾਬ ਦਾ ਪ੍ਰੈਸ਼ਰ ਬਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਅਤੇ ਪ੍ਰੈਸ਼ਰ ਬਣਨ ਲਈ ਬੈਠ ਕੇ ਪਿਸ਼ਾਬ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਬੈਠ ਕੇ ਪਿਸ਼ਾਬ ਕਰਨਾ ਜੀ? ਤੁਸੀਂ ਬੈਠ ਕੇ ਪਿਸ਼ਾਬ ਨਹੀਂ ਕਰੋਗੇ, ਮਰਦਾਂ ਦੀ ਲਈ ਕਹਿ ਰਿਹਾ ਮੈਂ, ਵੀ ਜਦੋਂ ਤੱਕ ਤੁਸੀਂ ਬੈਠ ਕੇ ਪਿਸ਼ਾਬ ਨਹੀਂ ਕਰੋਗੇ, ਤੁਹਾਡੇ ਪਿਸ਼ਾਬ ਦਾ ਪ੍ਰੈਸ਼ਰ ਨਹੀਂ ਬਣੇਗਾ। ਇੱਕ ਤਾਂ ਪਾਣੀ ਵੱਧ ਪੀਣਾ ਗਰਮੀਆਂ ਦੇ ਵਿੱਚ ਜ਼ਰੂਰੀ ਹੈ, ਦੂਜੇ ਨੰਬਰ 'ਤੇ ਪਿਸ਼ਾਬ ਜਿਹੜਾ ਉਹ ਬੈਠ ਕੇ ਕਰਨਾ ਜ਼ਰੂਰੀ ਹੈ। ਜਦੋਂ ਤੁਸੀਂ ਬੈਠ ਕੇ ਪਿਸ਼ਾਬ ਕਰੋਗੇ, ਤੁਹਾਡੇ ਅੰਦਰੋਂ 100% ਜਿਹੜੇ ਟੌਕਸਿਨ ਨੇ ਰਿਮੂਵ ਹੋ ਜਾਏਗੀ, ਤੁਹਾਡੇ ਅੰਦਰੋਂ ਜਿਹੜੇ ਐਸਿਡ ਬਣਦੇ ਨੇ, ਜਿਹੜੀ ਲੋੜ ਤੋਂ ਵੱਧ ਜਿਹੜੀ ਗਰਮੀ ਅੰਦਰ ਰਹਿੰਦੀ ਹੈ, ਉਹ ਖੜੇ ਹੋ ਕੇ ਪਿਸ਼ਾਬ ਕਰਨ ਵਾਲੀ ਹੁੰਦੀ ਹੈ, ਕਿਉਂਕਿ ਉਦੋਂ ਤੱਕ ਪਿਸ਼ਾਬ ਜਿਹੜਾ ਪੂਰੇ ਪ੍ਰੈਸ਼ਰ ਨਾਲ ਨਹੀਂ ਨਿਕਲਦਾ ਅੰਦਰੋਂ, ਜਿਹੜੀ ਗਰਮੀ ਅੰਦਰ ਰਹਿ ਜਾਂਦੀ। ਉਹਦੇ ਕਰਕੇ ਹੀ ਆਪਾਂ ਜਦੋਂ ਯੂਰਿਨ ਦਾ ਟੈਸਟ ਕਰਾਉਂਦੇ ਹਾਂ ਤਾਂ ਸਾਡੇ ਵਿੱਚ ਪਸ ਸੈੱਲ ਆਉਣੇ ਸ਼ੁਰੂ ਹੋ ਜਾਂਦੇ ਨੇ, ਉਹਦੇ ਕਰਕੇ ਧਾਤ ਦੀ ਪ੍ਰੋਬਲਮ ਹੁੰਦੀ ਹੈ, ਉਹਦੇ ਕਰਕੇ ਨਾਈਟਫਾਲ ਹੁੰਦਾ। ਨਹੀਂ, ਹੁਣ ਤੱਕ ਤੇ ਜੀ ਲਗਭਗ ਸਾਰੇ ਲੋਕ ਨੇ ਜਿਹੜੇ ਉਹ ਖੜੇ ਹੋ ਕੇ ਯੂਰਿਨ ਪਾਸ ਕਰਨ ਦੀ ਆਦਤ ਹੈ ਜਿਹੜੀ ਸਭ ਨੂੰ ਪਈ ਹੋਈ ਹੈ, ਪਰ ਇਹ ਤੁਸੀਂ ਅੱਜ ਨਵੀਂ ਗੱਲ ਦੱਸ ਰਹੇ ਹੋ ਕਿ ਬੈਠ ਕੇ ਪਿਸ਼ਾਬ ਕਰਨਾ ਚਾਹੀਦਾ। ਦੇਖੋ ਜੀ, ਜ਼ਿਆਦਾ ਨਹੀਂ ਆਪਾਂ ਕਹਾਂਗੇ, 60 ਤੋਂ 70% ਲੋਕਾਂ ਨੂੰ ਇਸ ਵੇਲੇ ਗਰਮੀ ਦੀ ਸ਼ਿਕਾਇਤ ਹੈ। ਜਿਹੜੇ ਵੀ ਮੇਰੇ ਤੋਂ ਆਉਂਦੇ ਨੇ ਇਲਾਜ ਕਰਾਉਣ ਪੇਸ਼ੈਂਟ, ਹੁਣ ਤੁਹਾਡੇ ਸਾਹਮਣੇ ਮੁੰਡਾ ਆਇਆ, ਉਹਦੀ ਏਜ ਕਿੰਨੀ ਸੀ ਤੁਹਾਨੂੰ ਵੀ ਪਤਾ ਹੀ ਹੈ, ਅਤੇ ਉਹਨਾਂ ਨੂੰ ਪਸ ਦੀ ਸ਼ਿਕਾਇਤ ਹੋ ਗਈ, ਉਹਨਾਂ ਨੂੰ ਧਾਤ ਦੀ ਪ੍ਰੋਬਲਮ ਹੋ ਗਈ। ਪਸ ਦੀ ਸ਼ਿਕਾਇਤ ਹੋਣਾ, ਧਾਤ ਦੀ ਪ੍ਰੋਬਲਮ ਹੋਣਾ, ਉਹ ਬੜੀ ਇੱਕ ਰੂਟੀਨ ਵਾਲੀ ਗੱਲ ਹੋ ਗਈ। ਹੁਣ ਸਾਡੇ ਵਰਗੇ ਜਿਹੜੇ ਡਾਕਟਰ ਨੇ ਜਾਂ ਵੈਦ ਨੇ ਜਾਂ ਕੋਈ ਵੀ ਇਲਾਜ ਕਰਨ ਵਾਲੇ ਨੇ, ਉਹ ਤਾਂ ਕਹਿੰਦੇ ਵੀ ਵੱਧ ਤੋਂ ਵੱਧ ਪੇਸ਼ੈਂਟ ਆਉਣ। ਮੈਂ ਹੁਣ ਇਕੱਲਾ ਬੰਦਾ, ਮੈਂ ਕਿੰਨਾ ਕੁ ਜ਼ਿਆਦਾ ਕਿਸੇ ਆਪਣਾ ਲੋਡ ਕਰ ਲਾਂਗਾ, ਮੇਰੇ ਕੋਲ ਬਹੁਤ ਵੱਡੀ ਕੋਈ ਟੀਮ ਨਹੀਂ ਹੈਗੀ। ਮੈਂ ਚਾਹੁੰਦਾ ਵਾਂ, ਦੇਖਣ ਵਾਲਿਆਂ ਨੂੰ ਅਪੀਲ ਕਰਦਾ ਵਾਂ ਵੀ ਜਿਨ੍ਹਾਂ ਨੂੰ ਪ੍ਰੋਬਲਮ ਹੋ ਗਈ ਉਹਨਾਂ ਦਾ ਤਾਂ ਆਪਾਂ ਨੂੰ ਇਲਾਜ ਕਰਨਾ ਹੀ ਪੈਣਾ। ਉਹ 'ਤੇ ਗੱਲ, ਜਿਹੜੇ ਮੇਰੇ ਭਰਾਵਾਂ ਨੂੰ ਪ੍ਰੋਬਲਮ ਅੱਜ ਤੱਕ ਨਹੀਂ ਆਈ, ਉਹਨਾਂ ਨੂੰ ਗਾਂਹ ਵੀ ਆਉਣ ਵਾਲੇ ਟਾਈਮ 'ਚ ਨਾ ਆਏ,
ਤਾਂ ਮੈਂ ਇੱਕ ਸੁਨਹਿਰੀ ਫਾਰਮੂਲਾ ਦੱਸ ਰਿਹਾ ਵਾਂ ਵੀ ਜੇ ਤੁਸੀਂ ਠੀਕ ਰਹਿਣਾ ਚਾਹੁੰਦੇ ਹੋ ਤੇ ਬੈਠ ਕੇ ਪਿਸ਼ਾਬ ਕਰਨ ਦੀ ਆਦਤ ਪਾਓ। ਉਹ ਤੁਹਾਡੇ ਸਰੀਰ ਲਈ, ਤੁਹਾਡੇ ਲਈ ਬਹੁਤ ਬੈਟਰ ਹੈ। ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਕਮਜ਼ੋਰੀ ਜਾਂ ਪ੍ਰੋਬਲਮ ਜਾਂ ਨਾਈਟ ਫਾਲ ਜਾਂ ਧਾਨ ਦੀ ਪ੍ਰੋਬਲਮ ਨਹੀਂ ਆਏਗੀ ਉਹਦੇ ਨਾਲ। ਤੀਜੇ ਨੰਬਰ 'ਤੇ ਸਭ ਤੋਂ ਜਿਹੜੀ ਮੇਨ ਤੇ ਇੰਪੋਰਟੈਂਟ ਗੱਲ ਹੈ, ਆਪਣੀ ਹਾਈਜੀਨ ਰੱਖਣੀ। ਯੂਰਿਨ ਪਾਸ ਔਨ ਕਰਨ ਤੋਂ ਬਾਅਦ ਜਦੋਂ ਤੁਸੀਂ ਪਿਸ਼ਾਬ ਕਰ ਲਓ, ਉਸ ਤੋਂ ਬਾਅਦ ਆਪਣੇ ਅੰਗ ਨੂੰ ਚੰਗੀ ਤਰ੍ਹਾਂ ਧੋ ਕੇ, ਕਿਉਂਕਿ ਜਦੋਂ ਵੀ ਆਪਾਂ ਯੂਰੀਨੇਟ ਕਰਦੇ ਹਾਂ ਉਹਦੇ ਤੋਂ ਬਾਅਦ ਇਨਫੈਕਸ਼ਨ ਥੋੜ੍ਹੀ ਬਹੁਤੀ ਉਹਦੇ ਉੱਤੇ ਆਪਣੇ ਪਾਰਟ ਦੇ ਉੱਤੇ ਲੱਗੀ ਰਹਿ ਜਾਂਦੀ ਹੈ। ਉਹਨੂੰ ਸਾਫ਼ ਰੱਖਣਾ ਵੀ ਬਹੁਤ ਜ਼ਰੂਰੀ ਹੈ। ਅੱਛਾ, ਇਹਦੇ ਤੋਂ ਵੀ ਫਿਰ ਇਨਫੈਕਸ਼ਨ ਹੁੰਦੀ ਹੈ ਜੀ? ਜੇਕਰ ਥੋੜ੍ਹਾ ਬਹੁਤ ਜਿਹੜਾ ਪਿਸ਼ਾਬ ਦੇ ਛਿੱਟੇ ਹੈਗੇ ਆ, ਪਿਸ਼ਾਬ ਦਾ ਕੋਈ ਕਤਰਾ ਹੈਗਾ, ਉਸ ਪਾਰਟ ਦੇ ਉੱਤੇ ਲੱਗ ਜਾਂਦਾ, ਪ੍ਰਾਈਵੇਟ ਪਾਰਟ ਦੇ ਉੱਤੇ ਲੱਗ ਜਾਂਦਾ, ਉਹਦੇ ਨਾਲ ਵੀ ਫਿਰ ਇਨਫੈਕਸ਼ਨ ਫੈਲਦੀ ਹੈ ਜੀ? ਬਿਲਕੁਲ ਜੀ, ਉਹਦੇ ਨਾਲ ਇਨਫੈਕਸ਼ਨ ਫੈਲਦੀ ਹੈ। ਉਹਦੇ ਨਾਲ ਇੱਕ ਹੋਰ ਬੜੀ ਵੱਡੀ ਖਤਰੇ ਵਾਲੀ ਗੱਲ ਹੁੰਦੀ ਹੈ ਵੀ ਉਹ ਜਿਹੜੀ ਇਨਫੈਕਸ਼ਨ ਹੈ, ਜਿਹੜਾ ਉਹ ਤੇਜ਼ਾਬ ਹੈ, ਜੇ ਉਹ ਤੁਹਾਡੇ ਪਾਰਟਨਰ ਨੂੰ ਲੱਗ ਜੇ, ਤੁਹਾਡੇ ਪਾਰਟਨਰ ਨੂੰ ਟੱਚ ਹੋ ਜੇ, ਉਹਨਾਂ ਨੂੰ ਵੀ ਯੂਰਿਨ ਇਨਫੈਕਸ਼ਨ ਹੋ ਜਾਏਗੀ। ਫਿਰ ਇਹ ਇੰਨੀ ਸੀਰੀਅਸ ਪ੍ਰੋਬਲਮ ਹੈ ਜਿਹਦੇ ਬਾਰੇ ਅੱਜ ਤੱਕ ਕਿਸੇ ਨੇ ਸ਼ਰਮ ਦੇ ਮਾਰੇ ਕਦੀ ਕੋਈ ਗੱਲ ਕੀਤੀ ਨਹੀਂ। ਪਰ ਅੱਜ ਆਪਾਂ ਇੱਥੇ ਬੈਠੇ ਹਾਂ, ਸਾਡਾ ਜਿਹੜਾ ਮਕਸਦ ਹੈ ਉਹ ਦੇਖਣ ਵਾਲੇ ਵੀਰਾਂ ਨੂੰ ਅਵੇਅਰ ਕਰਨਾ। ਸਾਡਾ ਇੱਥੇ ਮਕਸਦ ਕੋਈ ਹੋਰ ਨਹੀਂ ਹੈਗਾ। ਅਸੀਂ ਇਹ ਚਾਹੁੰਦੇ ਹਾਂ ਵੀ ਸਾਡੇ ਦੇਖਣ ਵਾਲਿਆਂ ਨੂੰ ਕਦੀ ਕੋਈ ਪ੍ਰੋਬਲਮ ਨਾ ਆਏ। ਜੀ ਜੀ। ਅੱਛਾ, ਇਹ ਦੱਸੋ ਵੀ ਜੇਕਰ ਖੜ੍ਹ ਕੇ ਪਿਸ਼ਾਬ ਲੋਕਾਂ ਨੂੰ ਕਰਨ ਦੀ ਆਦਤ ਹੈ, ਔਰ ਤੁਸੀਂ ਕਹਿ ਰਹੇ ਹੋ ਕਿ ਜੇ ਖੜ੍ਹ ਕੇ ਪਿਸ਼ਾਬ ਲੋਕ ਕਰਦੇ ਨੇ ਤਾਂ ਉਹਦੇ ਨਾਲ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਰਹਿੰਦੀਆਂ, ਕੀ ਪਿਸ਼ਾਬ ਦਾ ਜਿਹੜਾ ਬਲੈਡਰ ਦੇ ਵਿੱਚ ਜਿੱਥੇ ਜਮ੍ਹਾਂ ਹੁੰਦਾ ਹੈ, ਯੂਰਿਨ ਜਮ੍ਹਾਂ ਹੁੰਦਾ ਹੈ, ਉਹ ਵੀ ਇਸ ਤਰੀਕੇ ਦੀ ਕੋਈ ਗੈਸ ਵਗੈਰਾ ਫਿਰ ਬਾਅਦ 'ਚ ਰਿਲੀਜ਼ ਹੁੰਦਾ ਰਹਿੰਦਾ ਜਿਸ ਨਾਲ ਸਰੀਰ ਦੇ ਵਿੱਚ ਕੋਈ ਇੱਦਾਂ ਦੇ ਟੌਕਸਿਸ ਪੈਦਾ ਹੁੰਦੇ ਨੇ? ਦੇਖੋ ਜੀ, ਜਿਹੜਾ ਬਲੈਡਰ ਹੈ ਨਾ, ਉਹ ਇੱਕ ਤਰ੍ਹਾਂ ਨਾਲ ਇੱਕ ਗੁਬਾਰਾ ਹੈ, ਠੀਕ ਹੈ। ਜਦੋਂ ਉਹ ਗੁਬਾਰੇ ਦੇ ਥੱਲੇ ਜਿਹੜਾ ਹੇਠਲਾ ਹਿੱਸਾ ਉਹਦੇ ਵਿੱਚ ਪਿਸ਼ਾਬ ਥੋੜ੍ਹਾ ਜਿਹਾ ਬਚਿਆ ਰਹਿ ਜਾਏਗਾ, ਉਹ ਉਹਨਾਂ ਜਿਹੜੀ ਚੀਜ਼ ਹੈ ਨਾ, ਉਹਨੂੰ ਉਹਨਾਂ ਗਾਲਣਾ ਸ਼ੁਰੂ ਕਰ ਦੇਗਾ। ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਪ੍ਰੋਬਲਮਸ ਕਿੱਦਾਂ ਦੀਆਂ ਆਉਣਗੀਆਂ, ਤੁਹਾਡਾ ਪਿਸ਼ਾਬ ਰੁਕੇਗਾ ਨਹੀਂ, ਤੁਸੀਂ ਪਿਸ਼ਾਬ ਨੂੰ ਹੋਲਡ ਨਹੀਂ ਕਰ ਸਕਦੇ। ਤੁਸੀਂ ਪਿਸ਼ਾਬ ਨੂੰ ਜਦੋਂ ਤੁਸੀਂ ਕਰੋਗੇ, ਤੁਹਾਡੇ ਬੂੰਦ ਕਰਕੇ ਲੀਕ ਹੁੰਦਾ ਰਹੇਗਾ, ਐਵਰੀ ਟਾਈਮ ਹੁੰਦਾ ਰਹੇਗਾ, ਤੁਹਾਨੂੰ ਬਹੁਤ ਇਰੀਟੇਟਿੰਗ ਲੱਗੇਗਾ। ਸੋ ਮਲਟੀਪਲ ਬਿਮਾਰੀਆਂ ਇਹਦੇ ਨਾਲ ਰਿਲੇਟਿਡ ਨੇ। ਉਹ ਜਿਹੜੀ ਚੀਜ਼ ਹੈ ਜਿਹਦੇ ਵਿੱਚ ਪਿਸ਼ਾਬ ਨੇ ਟਿਕਣਾ, ਉਹ ਜਿਹੜਾ ਭਾਂਡਾ ਉਹਨੂੰ ਆਪਾਂ ਨੂੰ ਸਾਫ਼ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਹ ਚੀਜ਼ ਨੇ ਆਪਣੇ ਸਾਰੇ ਜਦੋਂ ਤੱਕ ਆਪਣਾ ਜੀਵਨ ਕਾਲ ਹੈ, ਐਂਡ ਆਫ ਲਾਈਫ ਹੈ, ਉਦੋਂ ਤੱਕ ਉਹ ਤੁਹਾਡੇ ਨਾਲ ਸਾਥ ਨਿਭਾਉਣਾ। ਜਿੱਦਾਂ ਬਾਕੀ ਬਾਡੀ ਦੇ ਔਰਗਨ ਆਪਣੇ ਲਈ ਇੰਪੋਰਟੈਂਟ ਹੈ, ਇੱਦਾਂ ਹੀ ਰੱਬ ਨੇ ਜਿਹੜੀ ਚੀਜ਼ਾਂ ਆਪਾਂ ਨੂੰ ਔਰਗਨ ਦਿੱਤੇ ਨੇ ਉਹਨਾਂ ਨੂੰ ਸਾਂਭ ਕੇ ਰੱਖਣਾ ਵੀ ਸਾਡੀ ਰਿਸਪੋਂਸੀਬਿਲਿਟੀ ਹੈ, ਜ਼ਰੂਰਤ ਹੈ। ਜੀ ਜੀ। ਅੱਛਾ, ਇੱਕ ਹੋਰ ਵੈਦ ਜੀ, ਮੈਨੂੰ ਫੋਨ ਕਾਲਸ ਬੜੇ ਆਏ ਕਿ ਤੁਸੀਂ ਇੱਥੇ ਆਫਿਸ ਦੇ ਵਿੱਚ ਬੜੇ ਲੇਟ ਬੈਠਦੇ ਹੋ, 1 ਵਜੇ ਦੇ ਕਰੀਬ ਬੈਠਦੇ ਹੋ। ਉਹ ਵੀ ਸਾਨੂੰ ਕਾਰਨ ਸਾਂਝਾ ਕਰੋ ਕਿ ਉਹਦਾ ਕੀ ਕਾਰਨ ਹੈ। ਬਾਕੀ ਦੀ ਗੱਲ ਆਪਾਂ ਫਿਰ ਜਾਰੀ ਰੱਖਦੇ ਹਾਂ। ਬੜਾ ਅਹਿਮ ਮਸਲਾ ਹੈਗਾ ਜਿਹੜਾ ਅਸੀਂ ਅੱਜ ਵਿਚਾਰ ਰਹੇ ਹਾਂ। ਦੇਖੋ ਫਰੂਕੀ ਸਾਹਿਬ, ਦੇਖਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਵੀ ਅਜੀਬ ਲੱਗੇਗਾ ਵੀ 1 ਵਜੇ ਕੋਈ ਆਉਣ ਦਾ ਟਾਈਮ ਨਹੀਂ ਹੈਗਾ, ਪਰ ਕੁਝ ਲੋਕ ਮੈਨੂੰ ਕਹਿੰਦੇ ਨੇ ਜੀ ਕਿ ਵੈਦ ਦਾ ਸੂਰਜ ਹੈ ਜਿਹੜਾ 1 ਵਜੇ ਚੜ੍ਹਦਾ। ਬਿਲਕੁਲ ਜੀ, ਬਿਲਕੁਲ। ਕਈ ਮੇਰੇ ਵੀਰ ਭਰਾ ਬੜਾ ਫੋਨ ਕਰਦੇ ਨੇ, ਬੜੇ ਗੁੱਸੇ ਨਾਲ ਬੋਲਦੇ ਨੇ ਵੀ ਅਸੀਂ 10 ਵਜੇ ਦੇ ਆ ਖੜ੍ਹੇ ਹਾਂ। ਉਹਨਾਂ ਵੀਰ ਭਰਾਵਾਂ ਲਈ ਮੇਰੇ ਕੋਲ ਹੱਥ ਜੋੜ ਕੇ ਸੌਰੀ, ਮਾਫੀ ਹੈ ਜੀ, ਕਿਉਂਕਿ ਮੇਰੇ ਕੋਲ ਜਦੋਂ ਤੱਕ ਫਰੂਕੀ ਸਾਹਿਬ ਨਹੀਂ ਸੀ ਆਏ, ਅਸੀਂ 1 ਜਨਵਰੀ 2022 ਤੋਂ ਇਹ ਸੀਰੀਜ਼ ਸ਼ੁਰੂ ਕੀਤੀ ਸੀ ਅਵੇਅਰਨੈਸ ਵਾਲੀ। ਉਹਦੇ ਤੋਂ ਪਹਿਲਾਂ ਫਰੂਕੀ ਸਾਹਿਬ ਮੈਨੂੰ ਮਿਲੇ ਨਹੀਂ ਸੀ, ਅਸੀਂ ਇੱਕ ਦੂਜੇ ਦੇ ਵਾਕਫ ਨਹੀਂ ਸੀ ਹੈਗੇ। ਇਹਨਾਂ ਨੇ ਮਿਲ ਕੇ ਮੈਨੂੰ ਮੋਟੀਵੇਟ ਕੀਤਾ ਵੀ ਨਹੀਂ, ਤੁਸੀਂ ਪੰਜਾਬੀ ਵੀਰਾਂ ਦੀ ਵੀ ਸੇਵਾ ਕਰੋ, ਆਪਾਂ ਮਿਲ ਕੇ ਕੋਈ ਇੱਦਾਂ ਦਾ ਅਵੇਅਰਨੈਸ ਕੈਂਪੇਨ ਚਲਾਈਏ ਜਿਹਦੇ ਨਾਲ ਆਪਣੇ ਦੇਖਣ ਵਾਲਿਆਂ ਦਾ ਵੀ ਫਾਇਦਾ ਹੋਏ। ਉਸ ਤੋਂ ਪਹਿਲਾਂ ਆਪਾਂ ਗੋਰਿਆਂ ਨਾਲ ਕੰਮ ਕਰਦੇ ਸੀ, ਸਿਰਫ ਤੇ ਸਿਰਫ ਗੋਰਿਆਂ ਨਾਲ ਕੰਮ ਕਰਦੇ ਸੀ। ਹੁਣ ਪੰਜਾਬੀ ਵੀਰਾਂ ਦੀ ਸੇਵਾ ਕਰਦੇ ਕਰਦੇ ਆਪਾਂ ਗੋਰਿਆਂ ਨੂੰ ਛੱਡ ਨਹੀਂ ਸਕਦੇ। ਸੋ ਇਹ ਜਿਹੜਾ ਰਾਤ ਦਾ ਟਾਈਮ ਹੈ, ਸਾਰੀ ਰਾਤ ਗੋਰਿਆਂ ਦੇ ਫੋਨ ਸੁਣੀਦੇ ਨੇ, ਉਹਨਾਂ ਨਾਲ ਗੱਲਾਂ ਬਾਤਾਂ ਕਰੀਦੀਆਂ। ਕਈ ਵਾਰੀ ਮੈਨੂੰ ਸੌਂਦੇ ਨੂੰ ਸਵੇਰ ਦੇ 5 ਵੀ ਵੱਜ ਜਾਂਦੇ ਨੇ। ਸੋ ਜਿਹੜਾ ਬੰਦਾ ਰਾਤ ਨੂੰ ਜੇ 5 ਵਜੇ ਸਵੇਰ ਨੂੰ 5 ਵਜੇ ਸੋਏਗਾ, ਉੱਠੇਗਾ ਵੀ 10, 10:30, 11 ਵਜੇ, ਅਤੇ ਸੋ ਉੱਠਦਿਆਂ ਤਿਆਰ ਹੁੰਦਿਆਂ ਟਾਈਮ ਲੱਗ ਜਾਂਦਾ। ਉਹਦੇ ਲਈ ਮੈਂ ਫਿਰ ਵਨਸ ਅਗੇਨ ਦਿਲੋਂ ਹੱਥ ਜੋੜ ਕੇ ਤੁਹਾਡੇ ਸਾਰਿਆਂ ਨੂੰ, ਵੇਖਣ ਵਾਲਿਆਂ ਨੂੰ ਮਾਫੀ ਮੰਗਦਾ ਵਾਂ। ਮੇਰਾ ਜਿਹੜਾ ਆਉਣ ਦਾ ਟਾਈਮ ਹੈ ਉਹ ਚੇਂਜ ਨਹੀਂ ਹੋ ਸਕਦਾ। ਕੋਸ਼ਿਸ਼ ਕਰਾਂਗਾ ਮੈਂ ਆਪਣੀ ਰਾਤਾਂ ਦੀ ਨੀਂਦ ਹਰਾਮ ਕਰਕੇ ਵੀ ਉੱਪਰ ਥੱਲੇ ਕਰਕੇ ਕਿਸ ਤਰੀਕੇ ਕੋਸ਼ਿਸ਼ ਕਰਾਂਗਾ ਆਪਣੇ ਆਪ ਨੂੰ ਵੀ ਜਲਦੀ ਆਵਾਂ। ਜੀ। ਅੱਛਾ, ਇੱਕ ਹੋਰ ਅਹਿਮ ਗੱਲ ਇੱਥੇ, ਹੁਣ ਤੱਕ ਤੁਸੀਂ ਹਜ਼ਾਰਾਂ ਕਾਲਸ ਨੇ ਜਿਹੜੀਆਂ ਉਹ ਸੁਣ ਚੁੱਕੇ ਹੋ। ਬਹੁਤ ਸਾਰੇ ਲੋਕ ਨੇ ਜਿਹੜੇ ਤੁਸੀਂ ਦੱਸ ਰਹੇ ਸੀ ਕਿ ਇੱਦਾਂ ਦੇ ਵੀ ਲੋਕ ਤੁਹਾਡੇ ਕੋਲ ਆਉਂਦੇ ਨੇ ਕਿ ਜਿਹੜੇ ਕਿਸੇ ਦੇ ਫੋਨ ਤੋਂ, ਉਹਨਾਂ ਕੋਲ ਫੋਨ ਵੀ ਨਹੀਂ ਹੁੰਦਾ, ਕਿਸੇ ਦੇ ਫੋਨ ਤੋਂ ਕਾਲ ਕਰਕੇ ਆਪਣੀ ਸਮੱਸਿਆ ਜਿਹੜੀ ਉਹ ਦੱਸਦੇ ਨੇ। ਉਹਨਾਂ ਬਾਬਤ ਤੁਸੀਂ ਕੀ ਪਲਾਨ ਬਣਾਇਆ, ਕਿਵੇਂ ਉਹਨਾਂ ਤੱਕ ਰੀਚ ਕਰਨੀ ਹੈ, ਕਿਵੇਂ ਉਹਨਾਂ ਤੱਕ ਪਹੁੰਚ ਕਰਨੀ ਹੈ? ਦੇਖੋ ਫਰੂਕੀ ਸਾਹਿਬ, ਇੱਦਾਂ ਵੀ ਘਰ ਬੈਠਿਆਂ ਕਹਿੰਦੇ ਰੱਬ ਨਹੀਂ ਮਿਲਦਾ। ਸੋ ਜਿਹੜੇ ਦੇਖਣ ਵਾਲੇ ਨੇ, ਸੁਣਨ ਵਾਲੇ ਨੇ, ਸਾਡੇ ਲਈ ਉਹ ਰੱਬ ਸਮਾਨ ਨੇ।
ਤੇ ਆਪਾਂ ਇਹਨਾਂ ਲਈ ਬੜੀ ਦਿਲ ਦੇ ਵਿੱਚ ਇੱਕ ਹਮਦਰਦੀ ਵੀ ਹੈ, ਪਿਆਰ ਵੀ ਹੈ, ਸਤਿਕਾਰ ਵੀ ਹੈ, ਸਭ ਕੁਝ ਹੈ। ਸੋ ਮੇਰਾ ਇਹ ਜਿਹੜਾ ਅਵੇਅਰਨੈਸ ਕੈਂਪੇਨ ਹੈ ਇਹ ਇੱਥੇ ਹੀ ਆਪਣੇ ਕਲੀਨਿਕ ਤੱਕ ਸੀਮਿਤ ਨਹੀਂ, ਅਸੀਂ ਬਹੁਤ ਜਲਦ ਪਲਾਨ ਕਰ ਰਹੇ ਹਾਂ ਵੀ ਆਪਾਂ ਹਰ ਇੱਕ ਪੰਜਾਬ ਦੇ ਛੋਟੇ ਵੱਡੇ ਸ਼ਹਿਰ 'ਚ ਜਾਵਾਂਗੇ, ਜਾ ਕੇ ਉੱਥੇ ਇੱਕ ਫ੍ਰੀ ਆਪਣਾ ਕੈਂਪ ਲਾਇਆ ਜਾਏਗਾ ਜਿਹਦੇ ਵਿੱਚ ਹਰ ਇੱਕ ਪੇਸ਼ੈਂਟ ਦੇ ਜਿਹਨੇ ਇਲਾਜ ਕਰਾਉਣਾ ਜਾਂ ਜਿਹਨੇ ਨਹੀਂ ਵੀ ਕਰਾਉਣਾ ਉਹਨਾਂ ਦਾ ਜਿਹੜਾ ਮੈਡੀਕਲ ਟੈਸਟ ਹੈ ਉਹ ਬਿਲਕੁਲ ਫ੍ਰੀ ਆਫ ਕਾਸਟ ਕੀਤਾ ਜਾਏਗਾ। ਅਤੇ ਉਹਦੇ ਵਿੱਚ ਬਿਮਾਰੀ ਦਾ ਨਿਚੋੜ ਕੱਢ ਕੇ ਦੱਸਿਆ ਜਾਏਗਾ ਵੀ ਆਹ ਚੀਜ਼ ਹੈਗੀ ਹੈ। ਬੇਸ਼ੱਕ ਉਹਨਾਂ ਨੇ ਦਵਾਈ ਲੈਣੀ ਹੈ ਜਾਂ ਨਹੀਂ ਲੈਣੀ ਉਹ ਉਹਨਾਂ ਦੇ ਉੱਤੇ ਵੇ, ਪਰ ਇੱਕ ਰੋਗ ਦੀ ਜਿਹੜੀ ਅਵੇਅਰਨੈਸ ਹੈ ਜਿਹੜਾ ਉਹਨੂੰ ਸਮਝਾਇਆ ਜਾਏਗਾ ਵੀ ਤੁਹਾਨੂੰ ਆਹ ਰੋਗ ਹੈ, ਤੁਸੀਂ ਇਹਦੇ ਹਿਸਾਬ ਨਾਲ ਆਹ ਚੀਜ਼ਾਂ ਤੁਹਾਡੇ ਲਈ ਫਾਇਦੇਮੰਦ ਨੇ, ਇਹ ਚੀਜ਼ਾਂ ਤੁਹਾਡੇ ਲਈ ਨੁਕਸਾਨਦਾਇਕ ਤੇ ਇਹ ਤੁਸੀਂ ਚੀਜ਼ਾਂ ਨਹੀਂ ਕਰਨੀਆਂ ਤੇ ਇਹ ਤੁਸੀਂ ਕੰਮ ਕਰਨਾ ਜ਼ਰੂਰੀ। ਉਹਦਾ ਕਾਰਨ ਕੀ ਹੈ? ਕੈਂਪ ਲਗਾਉਣ ਦਾ ਕਾਰਨ ਕੀ ਹੈ? ਕਾਰਨ ਜੀ ਬੜਾ ਸਿੱਧਾ ਤੇ ਸਪਸ਼ਟ ਹੈ ਵੀ ਆਪਣੇ ਜਿਹੜੇ ਵੀਰ ਭਰਾ ਨੇ ਪੰਜਾਬੀ ਨੇ, ਇਹ ਸਾਰੀ ਆਪਣਾ ਪਰਿਵਾਰ ਹੈ, ਸਾਡੀ ਫੈਮਿਲੀ ਹੈ। ਅਤੇ ਕੋਈ ਵੀ ਮੇਰਾ ਵੀਰ ਭਰਾ ਜਿਹਦੇ ਕੋਲ ਪੈਸੇ ਹੈਗੇ ਨੇ ਜਾਂ ਨਹੀਂ ਹੈਗੇ ਜਾਂ ਟਾਈਮ ਹੈਗਾ ਜਾਂ ਨਹੀਂ ਹੈਗਾ, ਉਹਨਾਂ ਲਈ ਅਸੀਂ ਡੋਰ ਟੂ ਡੋਰ ਆਪਣੇ ਜਾਵਾਂਗੇ ਅਤੇ ਹਰ ਇੱਕ ਸ਼ਹਿਰ ਦੇ ਵਿੱਚ ਜਾ ਕੇ ਇੱਕ ਕੈਂਪ ਲਾਇਆ ਜਾਏਗਾ। ਉਹਦੀ ਕੈਂਪ ਦੀ ਜਾਣਕਾਰੀ ਹਫ਼ਤਾ 10 ਦਿਨ ਪਹਿਲਾਂ ਦੱਸੀ ਜਾਏਗੀ ਵੀ ਅੱਜ ਆਪਾਂ ਫਲਾਣੇ ਸ਼ਹਿਰ ਆ ਰਹੇ ਹਾਂ, ਫਲਾਣੀ ਤਰੀਕ ਨੂੰ ਆ ਰਹੇ ਹਾਂ, ਫਲਾਣੇ ਸਮੇਂ ਆ ਰਹੇ ਹਾਂ। ਉਹਦੇ ਵਿੱਚ ਆਹ ਇਹ ਵੀ ਆਪਾਂ ਵੱਧ ਤੋਂ ਵੱਧ ਭਲਾ ਕਰਨਾ ਚਾਹੁੰਦੇ ਹਾਂ ਲੋਕਾਂ ਦਾ। ਅੱਛਾ, ਇੱਕ ਗੱਲ ਹੋਰ ਦੱਸੋ ਵੈਦ ਜੀ, ਕਿ ਗਰਮੀਆਂ ਦੇ ਮੌਸਮ ਦੇ ਵਿੱਚ ਖੁਦ ਨੂੰ ਤਗੜਾ ਰੱਖਣ ਦੇ ਲਈ, ਖੁਦ ਨੂੰ ਤਾਕਤਵਰ ਰੱਖਣ ਦੇ ਲਈ ਕਿੱਦਾਂ ਦੀ ਡਾਈਟ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ? ਕੀ ਪ੍ਰੀਕਾਸ਼ਨ ਨੇ ਜਿਹੜੇ ਖਾਣ ਪੀਣ ਨੂੰ ਲੈ ਕੇ ਅਜ਼ਮਾਉਣੇ ਚਾਹੀਦੇ ਨੇ ਤਾਂ ਕਿ ਜਿਹੜੀ ਕਮਜ਼ੋਰੀ ਹੈਗੀ ਹੈ ਉਹ ਸਰੀਰ ਫੀਲ ਨਾ ਕਰੇ? ਦੇਖੋ ਜੀ, ਪਹਿਲੇ ਟਾਈਮ 'ਤੇ ਲੋਕੀ ਦੁੱਧ, ਘਿਓ, ਮੱਖਣ ਖੁੱਲ੍ਹਾ ਖਾਂਦੇ ਸੀਗੇ, ਉਦੋਂ ਆਪਾਂ ਨੂੰ ਘੱਟ ਤੋਂ ਘੱਟ ਪ੍ਰੋਬਲਮਸ ਆਉਂਦੀਆਂ ਸੀਗੀਆਂ। ਅੱਜ ਦੀ ਟਾਈਮ ਦੇ ਵਿੱਚ ਜਿਹੜੀ ਡਾਈਟ ਸਾਰੀ ਸਿੰਥੈਟਿਕ ਹੋ ਗਈ, ਪ੍ਰਜ਼ਰਵੇਟਿਵ ਵਾਲੀਆਂ ਚੀਜ਼ਾਂ ਆਪਾਂ ਖਾਂਦੇ ਪਏ ਆ, ਜਿਹੜਾ ਸ਼ੈਲਫ ਵਾਲਾ ਖਾਣਾ, ਜਿਹੜਾ ਹਰ ਚੀਜ਼ ਜਿਹੜੀ ਉਹ ਦੂਜੀ ਪੈਕਟ ਵਾਲੀ ਖਾ ਰਹੇ ਆਪਾਂ, ਉਹ ਇਹਨਾਂ ਚੀਜ਼ਾਂ ਨਾਲ ਪ੍ਰੋਬਲਮ ਆਉਣੀ ਜਿਹੜੀ ਸੁਭਾਵਿਕ ਕਿ ਆਪਾਂ ਨੂੰ ਗਰਮੀਆਂ ਦੇ ਮੌਸਮ ਦੇ ਵਿੱਚ ਨੋਨ ਵੈਜ ਜਿਹੜਾ ਉਹ ਘੱਟ ਤੋਂ ਘੱਟ ਖਾਣਾ ਚਾਹੀਦਾ। ਜੇ ਆਪਾਂ ਨੂੰ ਘਰ ਦਾ ਮੱਖਣ ਮਿਲ ਜੇ ਸਭ ਤੋਂ ਵਧੀਆ, ਜੇ ਘਰ ਦਾ ਆਪਾਂ ਨੂੰ ਦਹੀਂ ਮਿਲ ਜੇ ਸਭ ਤੋਂ ਵਧੀਆ, ਜੇ ਆਪਾਂ ਨੂੰ ਖੋਇਆ ਮਿਲ ਜੇ ਸਭ ਤੋਂ ਵਧੀਆ। ਫਲ ਫਰੂਟ ਵਾਲਾ ਜਿਹੜਾ ਬੈਲੈਂਸ ਡਾਈਟ ਹੈ ਨਾ ਉਹ ਆਪਾਂ ਨੂੰ ਰੱਖਣੀ ਚਾਹੀਦੀ ਹੈ। ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ। ਅੱਛਾ, ਇੱਕ ਗੱਲ ਹੋਰ ਦੱਸੋ ਕਿ ਉਹ ਕਿਹੜੀ ਚੀਜ਼ ਹੈਗੀ ਹੈ ਕਿ ਜਿਹੜੀ ਇਸ ਵੇਲੇ ਸਾਡੇ ਜਿਹੜੀ ਗ੍ਰਸਤੀ ਲਾਈਫ ਦੇ ਉੱਤੇ ਉਹ ਕਿਹੜਾ ਖਾਣ ਪੀਣ ਹੈਗਾ ਜਾਂ ਕਿਹੜੀ ਖਾਣ ਵਾਲੀ ਚੀਜ਼ ਹੈਗੀ ਹੈ ਜਿਹੜੀ ਗ੍ਰਸਤੀ ਲਾਈਫ ਦੇ ਉੱਤੇ ਸਭ ਤੋਂ ਵੱਧ ਅਸਰ ਪਾਉਂਦੀ ਹੈ? ਦੇਖੋ ਜੀ, ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਦੇਖਿਆ ਜਾਏ ਤਾਂ ਜਿਹੜਾ ਕੋਈ ਵੀ ਨਸ਼ਾ ਨਾ, ਜਿੱਦਾਂ ਮੰਨ ਲਓ ਅੱਜ ਕੱਲ੍ਹ ਐਲਕੋਹਲ ਦੀ ਐਡਿਕਸ਼ਨ ਬਹੁਤ ਹੈਗੀ ਹੈ। ਐਲਕੋਹਲ ਇਨ ਐਨੀ ਫਾਰਮ ਹੋ ਸਕਦੀ ਹੈ, ਬੀਅਰ ਵੀ ਹੋ ਸਕਦੀ ਹੈ, ਵਿਸਕੀ ਵੀ ਹੋ ਸਕਦੀ ਹੈ, ਰਮ ਵੀ ਹੋ ਸਕਦੀ, ਕੁਛ ਵੀ ਹੋ ਸਕਦਾ। ਉਹਦੇ ਵਿੱਚ ਉਹਦਾ ਨਾਮ ਜੋ ਮਰਜ਼ੀ ਹੋਏ, ਪਰ ਇਨ ਸ਼ਾਰਟ ਉਹ ਜ਼ਹਿਰ ਹੀ ਹੈ। ਜਿਹੜਾ ਗ੍ਰਸਤੀ ਲਾਈਫ ਹੈ ਉਹਦੇ ਵਿੱਚ ਕੀ ਹੈ ਵੀ ਉਹਦੇ ਵਿੱਚ ਬੰਦੇ ਨੂੰ ਗਰਮੀ ਜ਼ਿਆਦਾ ਵੱਧ ਜਾਂਦੀ। ਉਹ ਆਪਾਂ ਅੰਦਰ ਆਪਣੇ ਐਸਿਡ ਪਾਉਂਦੇ ਪਏ ਹਾਂ। ਸ਼ਰਾਬ ਨੂੰ ਸ਼ਰਾਬ ਨਾ ਸਮਝ ਕੇ ਉਹਨੂੰ ਐਸਿਡ ਸਮਝਿਆ ਜਾਏ ਅਤੇ ਤਾਂ ਹੀ ਉੱਤੋਂ ਆਪਾਂ ਛੁਟਕਾਰਾ ਪਾ ਸਕਦੇ ਹਾਂ। ਜਦੋਂ ਅੰਦਰ ਐਸਿਡ ਵੱਧ ਜਾਏਗਾ, ਸਰੀਰ ਦੇ ਅੰਦਰ ਗਰਮੀ ਵੱਧ ਜਾਏਗੀ, ਬੇਸਿਕਲੀ ਬੰਦੇ ਨੂੰ ਉਦੋਂ ਧਾਤ ਪੈਣੀ ਸ਼ੁਰੂ ਹੋ ਜਾਂਦੀ। ਬੰਦੇ ਨੂੰ ਪਤਾ ਨਹੀਂ ਲੱਗਦਾ ਵੀ ਮੈਨੂੰ ਕੀ ਹੋ ਰਿਹਾ। ਉਹ ਹੌਲੀ ਹੌਲੀ ਕਰਕੇ ਸਰੀਰ ਜਿਹੜਾ ਉਹ ਮਤਲਬ ਖਾਲੀ ਹੋਣਾ ਸ਼ੁਰੂ ਹੋ ਜਾਂਦਾ ਅੰਦਰੋਂ। ਜਿੱਦਾਂ ਆਪਾਂ ਕਹਿ ਦਈਏ ਨਾ ਵੀ ਲੱਕੜ ਨੂੰ ਸਿਉਂਕ ਲੱਗ ਗਈ, ਅੰਦਰੋਂ ਸਰੀਰ ਖੋਖਲਾ ਹੋਣਾ ਸ਼ੁਰੂ ਹੋ ਜਾਂਦਾ। ਬਾਹਰੋਂ ਦੇਖਣ ਨੂੰ ਬੰਦੇ ਨੂੰ ਲੱਗਦਾ ਬੰਦਾ ਬੜਾ ਫਿੱਟ ਹੈ, ਵੀ ਇਹਨੂੰ ਕੋਈ ਪ੍ਰੋਬਲਮ ਨਹੀਂ ਹੋ ਸਕਦੀ, ਪਰ ਅੰਦਰੋਂ ਜਿਹੜੇ ਸਪਰਮ ਸੈੱਲ ਨੇ, ਜਿਹੜੇ ਤੁਹਾਡੇ ਐਕਟਿਵ ਸਪਰਮ ਕਾਊਂਟ ਨੇ, ਉਹ ਡਿਕਰੀਜ਼ਿੰਗ ਲੈਵਲ 'ਤੇ ਚੱਲ ਜਾਂਦੇ ਨੇ। ਤੁਹਾਡਾ ਜਿਹੜਾ ਹਾਰਮੋਨ ਹੈ ਟੈਸਟੋਸਟਰੋਨ ਹੈ, ਉਹ ਉਹਦਾ ਲੈਵਲ ਜਿਹੜਾ ਉਹ ਥੱਲੇ ਨੂੰ ਜਾਣਾ ਸ਼ੁਰੂ ਹੋ ਜਾਂਦਾ। ਇਹਨਾਂ ਚੀਜ਼ਾਂ ਦੀ ਕਈਆਂ ਨੂੰ, ਮੇਰੇ ਵੀਰਾਂ ਨੂੰ ਸਮਝ ਵੀ ਹੈਗੀ ਹੈ, ਜੋ ਮੈਂ ਚੀਜ਼ ਸਮਝਾਉਣਾ ਚਾਹੁੰਦਾ ਮੈਂ ਉਹਨਾਂ ਨੂੰ ਸਮਝ ਵੀ ਹੈਗੀ ਹੈ, ਪਰ ਉਹ ਜਸਟ ਇੱਕ ਫਨ ਲਈ, ਇੱਕ ਛੋਟੇ ਜਿਹੇ ਐਂਟਰਟੇਨਮੈਂਟ ਲਈ, ਯਾਰਾਂ ਦੋਸਤਾਂ ਦੀ ਕੰਪਨੀ ਲਈ, ਉਹਦਾ ਨਾਮ ਚੀਜ਼ ਦਾ ਜੋ ਮਰਜ਼ੀ ਹੈ। ਜਦੋਂ ਤੁਹਾਡੇ ਅੰਦਰ ਐਲਕੋਹਲ ਜਾਣੀ ਸ਼ੁਰੂ ਹੋ ਗਈ, ਸਮਝੋ ਤੁਹਾਡੀ ਜਿਹੜੀ ਲਾਈਫ ਹੈ ਬਰਬਾਦ ਹੋਣੀ ਸ਼ੁਰੂ ਹੋ ਗਈ। ਅੱਛਾ, ਅਤੇ ਫਿਰ ਇੱਕ ਹੋਰ ਬੜਾ ਅਹਿਮ ਸਵਾਲ ਇੱਥੇ ਵੈਦ ਜੀ, ਜਿਹੜਾ ਮੈਨੂੰ ਲੱਗਦਾ ਹੈ ਕਿ ਕਿਉਂਕਿ ਤੁਸੀਂ ਗੋਰਿਆਂ ਦੇ ਵਿੱਚ ਹੁਣ ਤੱਕ ਵਿਚਰੇ ਹੋ, ਗੋਰਿਆਂ ਦਾ ਤੁਸੀਂ ਬਹੁਤ ਲੰਬੇ ਸਮੇਂ ਤੋਂ ਟਰੀਟਮੈਂਟ ਕਰਦੇ ਆ ਰਹੇ ਹੋ, ਅਤੇ ਜਦੋਂ ਤੁਸੀਂ ਗੋਰਿਆਂ ਨੂੰ ਇਸ ਲਹਿਜ਼ੇ ਵਿੱਚ ਦੇਖਦੇ ਹੋ ਜਾਂ ਇੱਦਾਂ ਦੀ ਬਿਮਾਰੀ ਦੇ ਵਿੱਚ ਮੁਬਤਲਾ ਦੇਖਦੇ ਹੋ, ਜਿਹੜੀਆਂ ਬਿਮਾਰੀਆਂ ਸਾਡੇ ਇੱਥੇ ਨੇ, ਅਤੇ ਫਿਰ ਉਹਨੂੰ ਸਭ ਤੋਂ ਪਹਿਲੀ ਕਿਹੜੀ ਐਡਵਾਈਸ ਤੁਸੀਂ ਕਰਦੇ ਹੋ ਕਿ ਉਹ ਮੰਨ ਦਿੰਦੇ ਨੇ? ਵੈਸੇ ਤਾਂ ਗੋਰੇ ਕਹਿੰਦੇ ਨੇ ਜੀ ਆਪਣੇ ਆਪ ਮੁਹਾਰੇ ਨੇ, ਬਹੁਤ ਆਪਣੇ ਆਪ ਦੇ ਵਿੱਚ ਰਹਿੰਦੇ ਨੇ। ਦੇਖੋ ਜੀ, ਇੱਦਾਂ ਵੀ ਆਪਣੇ ਪੰਜਾਬੀਆਂ ਦਾ ਅਤੇ ਗੋਰਿਆਂ ਦਾ ਮੈਂ ਲਾਸਟ ਇੰਟਰਵਿਊ 'ਚ ਵੀ ਦੱਸਿਆ ਸੀ, ਡਿਫਰੈਂਸ਼ੀਏਟ ਕੀਤਾ ਸੀ ਉਹਨਾਂ ਨੂੰ। ਆਪਣੇ ਪੰਜਾਬੀਆਂ ਨੂੰ ਪਹਿਲਾਂ ਤਾਂ ਇਹ ਕਨਵਿੰਸ ਕਰਨਾ ਪੈਂਦਾ, ਪਹਿਲਾਂ ਤਾਂ ਫੋਨ ਚੁੱਕਦਿਆਂ ਸਾਰੀ ਮੈਂ ਹਰ ਇੱਕ ਪੰਜਾਬੀ ਬਾਰੇ ਨਹੀਂ ਇਸ ਗੱਲ ਨੂੰ ਰਿਲੇਟ ਕਰ ਰਿਹਾ, ਪਲੀਜ਼ ਮੇਰੀ ਗੱਲ ਨੂੰ ਗਲਤ ਵੇ ਨਾਲ ਨਾ ਲਿਆ ਜਾਏ। ਮੈਂ ਕੁਛ ਇੱਕ ਜਿਹੜੇ ਮਤਲਬ ਪੰਜਾਬੀ ਨੇ ਆਪਣੇ, ਜਿਨ੍ਹਾਂ ਨੂੰ ਗੱਲ ਸਮਝਾਉਣੀ ਬੜੀ ਔਖੀ ਹੈ, ਮੈਂ ਉਹਨਾਂ ਬਾਰੇ ਗੱਲ ਕਰ ਰਿਹਾ। ਕਈ ਲੋਕ ਮੇਰੇ ਵੀਰ ਭਰਾ ਬੜੇ ਸਮਝਦਾਰ ਨੇ, ਪਹਿਲੀ ਵਾਰ ਦੇ ਵਿੱਚ ਗੱਲ ਸਮਝ ਵੀ ਜਾਂਦੇ ਨੇ, ਪਰ
ਜਿਹੜੇ ਨਹੀਂ ਸਮਝਦੇ ਮੈਂ ਉਹਨਾਂ ਦੀ ਐਗਜ਼ਾਮਪਲ ਦੇ ਕੇ ਦੱਸ ਰਿਹਾ ਤੁਹਾਨੂੰ ਵੀ ਪਹਿਲਾਂ ਤਾਂ ਉਹਨਾਂ ਨੂੰ ਇਹ ਗੱਲ ਦਾ ਯਕੀਨ ਕਰਾਉਣਾ ਬੜਾ ਔਖਾ। ਉਹਨਾਂ ਨੂੰ ਕਹੀਦਾ ਵੀ ਭਾਈ ਸਾਹਿਬ ਤੁਸੀਂ ਟੈਸਟ ਕਰਾ ਲਓ, ਉਹ ਕਹਿੰਦੇ ਜੀ ਮੈਨੂੰ ਕੁਛ ਵੀ ਨਹੀਂ ਹੋਇਆ। ਮੈਂ ਉਹਨਾਂ ਨੂੰ ਫਿਰ ਪੁੱਛਦਾ ਵਾਂ ਵੀ ਜੇ ਤੈਨੂੰ ਕੁਛ ਨਹੀਂ ਹੋਇਆ ਤਾਂ ਫਿਰ ਤੁਸੀਂ ਫ਼ੋਨ ਕਿਉਂ ਕਰ ਰਹੇ ਹੋ? ਉਹ ਨਹੀਂ ਮੈਂ ਵੈਸੇ ਹੀ ਤੁਹਾਡੇ ਕੋਲ ਜਾਣਕਾਰੀ ਲੈਣ ਲਈ ਫ਼ੋਨ ਕੀਤਾ। ਫਿਰ ਉਹ ਆਪਣੇ ਕਿਸੇ ਭਰਾ ਦਾ ਜਾਂ ਆਪਣੇ ਦੋਸਤ ਦਾ ਕਹਿਣਗੇ ਵੀ ਮੈਂ ਉਹਦੇ ਲਈ ਦਵਾਈ ਲੈਣੀ ਹੈ। ਫਿਰ ਆਪਾਂ ਇੰਟਰਨਲ ਗੱਲਾਂ ਜਿਹੜੀਆਂ ਸਿਰਫ ਆਪਣੇ ਆਪ ਦੀ ਸਰੀਰ ਦੇ ਵਿੱਚ ਆਪ ਨੂੰ ਹੀ ਪਤਾ ਹੁੰਦੀਆਂ ਨੇ, ਆਪਾਂ ਉਹ ਗੱਲਾਂ ਪੁੱਛਦੀਆਂ, ਉਹ ਫੱਟ ਦੇਣੀ ਜਵਾਬ ਦੇ ਦਿੰਦਾ। ਇਹ ਵੀ ਨਹੀਂ ਕਹਿੰਦਾ ਵੀ ਮੈਂ ਪੁੱਛ ਕੇ ਦੱਸਾਂਗਾ ਉਹਨੂੰ, ਠੀਕ ਹੈ। ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਆਪਣੇ ਬਾਰੇ ਹੀ ਪੁੱਛ ਰਿਹਾ, ਕਿਸੇ ਦੇ ਬਾਰੇ ਨਹੀਂ ਪੁੱਛ ਰਿਹਾ। ਫਿਰ ਉਹਨੂੰ ਕਹੀਦਾ ਵੀ ਟੈਸਟ ਕਰਾ ਲਓ, ਉਹ ਫਿਰ ਟੈਸਟ ਕਰਾਉਣ ਲਈ ਕਹਿੰਦਾ ਨਹੀਂ ਮੈਂ ਟੈਸਟ ਕਰਾਏ ਸਾਰਾ ਕੁਝ ਠੀਕ ਹੈ। ਜੇ ਸਾਰਾ ਕੁਝ ਠੀਕ ਹੈ ਤਾਂ ਫਿਰ ਆਪਾਂ ਦਵਾਈ ਕਾਹਦੀ ਦਈਏ? ਫਿਰ ਆਪਾਂ ਅਖੀਰ 'ਚ ਉਹਨਾਂ ਨੂੰ ਕਹੀਦਾ ਵੀ ਭਾਜੀ ਆਪਾਂ ਤੁਹਾਡੇ ਲਈ ਹੱਥ ਜੋੜ ਕੇ ਅਰਦਾਸ ਕਰ ਸਕਦੇ ਹਾਂ, ਵੀ ਮਹਾਰਾਜ ਦੇ ਅੱਗੇ ਪ੍ਰੇ ਕਰ ਸਕਦੇ ਹਾਂ ਵੀ ਤੁਹਾਨੂੰ ਅੱਗੋਂ ਵੀ ਤੰਦਰੁਸਤੀ ਬਖਸ਼ੇ, ਵੀ ਆਪਾਂ ਤੁਹਾਡਾ ਕੀ ਇਲਾਜ ਕਰੀਏ ਜਦੋਂ ਤੁਸੀਂ ਕਹਿੰਦੇ ਪਏ ਸਾਰਾ ਕੁਝ ਠੀਕ ਹੈ। ਜਿਹੜੀ ਤੁਸੀਂ ਗੋਰਿਆਂ ਦੀ ਗੱਲ ਕੀਤੀ ਸੀ ਉਹ ਆਪਾਂ ਹੁਣ ਉਹਦੇ 'ਤੇ ਆ ਜਾਂਦੇ ਹਾਂ। ਉਹ ਐਕਸਾਈਟਿਡ ਹੁੰਦੇ ਨੇ ਇਸ ਗੱਲ ਲਈ ਵੀ ਸਾਨੂੰ ਪ੍ਰੋਬਲਮ ਹੈਗੀ ਹੈ। ਪਹਿਲੀ ਗੱਲ ਤਾਂ ਉਹਨਾਂ ਨੇ ਮੰਨ ਲਈ ਵੀ ਮੈਨੂੰ ਪ੍ਰੋਬਲਮ ਹੈਗੀ ਹੈ। ਦੂਜੀ ਗੱਲ ਉਹ ਇਸ ਗੱਲ ਲਈ ਬੜੇ ਇੰਟਰਸਟਿਡ ਹੁੰਦੇ ਨੇ ਸੁਣਨ ਲਈ ਵੀ ਸਾਨੂੰ ਪ੍ਰੋਬਲਮ ਹੈ ਕੀ ਹੈ ਅਤੇ ਕਿੱਦਾਂ ਠੀਕ ਹੋ ਸਕਦੀ ਹੈ, ਠੀਕ ਹੈ। ਆਪਾਂ ਉਹਨਾਂ ਨੂੰ ਜਦੋਂ ਵੀ ਸ਼ੋਰਟ ਜਿਹੀ ਗੱਲ ਸਮਝਾਈ ਦੀ ਵੀ ਆਹ ਗੱਲ ਹੈ ਇੱਦਾਂ ਉੱਦਾਂ, ਉਹ ਉਸੇ ਵੇਲੇ ਆਪ ਉਸ ਗੱਲ ਨੂੰ ਕ੍ਰੋਸ ਚੈੱਕ ਕਰ ਲੈਂਦੇ ਆਪਣੇ ਮਾਈਂਡ ਦੇ ਨਾਲ। ਉਹ ਕਹਿੰਦੇ ਹਾਂ ਜੀ ਆਹ ਕੰਮ ਮੈਂ ਕੀਤਾ ਸੀਗਾ, ਆਹ ਵੀ ਕੰਮ ਕੀਤਾ ਸੀ, ਇੱਦਾਂ ਵੀ ਹੋਈ ਸੀ, ਆਹ ਗਰਮ ਚੀਜ਼ ਵੀ ਖਾਧੀ ਸੀ, ਉਹਦੇ ਕਰਕੇ ਮੈਨੂੰ ਇਨਫੈਕਸ਼ਨ ਹੋ ਗਈ, ਸਾਹਮਣੇ ਆ ਗਿਆ। ਉਹਨਾਂ ਨੇ ਫਿਰ ਨਾਲ ਹੀ ਪੁੱਛਣਾ ਵੀ ਮੈਂ ਠੀਕ ਕਿੱਦਾਂ ਹੋ ਸਕਦਾ ਵਾਂ। ਫਿਰ ਉਹਨਾਂ ਨੇ ਨਾਲ ਹੀ ਪੁੱਛਣਾ ਵੀ ਮੈਨੂੰ ਪਰਹੇਜ਼ ਕੀ ਹੈ। ਉਹ ਜਿਹੜੀਆਂ ਗੱਲਾਂ ਉਹ ਕਹਿੰਦੇ ਹੋਲਡ ਔਨ, ਮੈਨੂੰ ਪੇਪਰ ਲੈਂਦੇ, ਮੈਨੂੰ ਨੋਟ ਕਰ ਲੈਂਦੇ। ਉਹ ਨੋਟ ਕਰਕੇ ਉਹਨੂੰ ਸਵੇਰੇ ਸ਼ਾਮ ਉਹ ਪੇਪਰ ਨੂੰ ਕਿਤੇ ਇੱਦਾਂ ਦੀ ਜਗ੍ਹਾ 'ਤੇ ਲਾ ਦਿੰਦੇ ਨੇ ਜਿਹੜਾ ਉਹਨਾਂ ਦੇ ਅੱਖਾਂ ਮੂਹਰੇ ਰਹਿੰਦਾ। ਉਹ ਚਾਹ ਕੇ ਵੀ ਉਹ ਕੰਮ ਨਹੀਂ ਕਰਦੇ ਕਿਉਂਕਿ ਉਹ ਪੇਪਰ ਉਹਨਾਂ ਨੂੰ ਨਜ਼ਰ ਆਉਂਦਾ ਹੁੰਦਾ। ਮੈਂ ਚਾਹੁੰਦਾ ਵਾਂ ਵੀ ਗੋਰਿਆਂ ਤੋਂ ਆਪਾਂ ਨੂੰ ਇਹ ਚੀਜ਼ ਥੋੜ੍ਹਾ ਜਿਹਾ ਸਬਕ ਸਿੱਖਣ ਦੀ ਲੋੜ ਹੈ। ਪਹਿਲਾਂ ਤਾਂ ਜੇ ਆਪਾਂ ਨੂੰ ਪ੍ਰੋਬਲਮ ਹੋਏ ਨਾ, ਉਹ ਮੈਂ ਤੁਹਾਨੂੰ ਤਰੀਕਾ ਇੰਟਰਵਿਊ ਦੇ ਸਟਾਰਟਿੰਗ ਦੇ ਵਿੱਚ ਦੱਸਦਾ ਵੀ ਤੁਸੀਂ ਬੈਠ ਕੇ ਪਿਸ਼ਾਬ ਕਰਨਾ, ਪਾਣੀ ਵੱਧ ਤੋਂ ਵੱਧ ਪੀਣਾ, ਹਾਈਜੀਨ ਰੱਖਣੀ ਹੈ, ਸਾਫ਼ ਸਫਾਈ ਦਾ ਧਿਆਨ ਰੱਖਣਾ, ਇਹ ਚੀਜ਼ਾਂ ਹੋ ਗਈਆਂ। ਦੂਜੇ ਨੰਬਰ 'ਤੇ ਆ ਵੀ ਗੋਰਿਆਂ ਤੋਂ ਆਪਾਂ ਸਭ ਤੋਂ ਵਧੀਆ ਚੀਜ਼ ਇਹ ਸਿੱਖ ਸਕਦੇ ਹਾਂ ਵੀ ਜੇ ਆਪਾਂ ਨੂੰ ਕੋਈ ਪ੍ਰੋਬਲਮ ਹੋ ਗਈ, ਉਸ ਪ੍ਰੋਬਲਮ ਨੂੰ ਮੰਨਣਾ ਇੱਕ ਸਾਡੀ ਮੋਰਲ ਰਿਸਪੋਂਸੀਬਿਲਿਟੀ ਹੈ ਵੀ ਜੇ ਆਪਾਂ ਠੀਕ ਹੋਣਾ ਚਾਹੁੰਦੇ ਹਾਂ। ਦੂਜੀ ਗੱਲ ਵੀ ਜਿਹੜੇ ਪਰਹੇਜ਼ ਮੈਂ ਸਮਝਾਵਾਂ ਉਹ ਤੁਸੀਂ ਉਹਨਾਂ ਚੀਜ਼ਾਂ ਨੂੰ ਮੰਨਣਾ, ਇਲਾਜ ਮੈਂ ਕਰਨਾ, ਪਰਹੇਜ਼ ਤੁਸੀਂ ਰੱਖਣੇ ਨੇ। ਜੇ ਤੁਸੀਂ ਉਹ ਪਰਹੇਜ਼ ਰੱਖੋਗੇ ਤੁਸੀਂ ਡੈਫੀਨੇਟਲੀ ਠੀਕ ਹੋਵੋਗੇ। ਅੱਛਾ, ਕੁਝ ਕੁ ਲੋਕ ਇਹ ਵੀ ਕਹਿੰਦੇ ਨੇ ਕਿ ਜੀ ਅਸੀਂ ਤੁਹਾਨੂੰ ਫੋਨ ਕਰ ਲੈਂਦੇ ਹਾਂ ਪਰ ਤੁਸੀਂ ਮੈਡੀਸਨ ਨਹੀਂ ਦਿੰਦੇ, ਤੁਸੀਂ ਪਹਿਲਾਂ ਕਹਿੰਦੇ ਹੋ ਕਿ ਟੈਸਟ ਕਰਵਾਓ। ਕੀ ਬਗੈਰ ਟੈਸਟ ਤੋਂ ਦਵਾਈ ਦੇ ਸਕਦੇ ਹੋ ਤੁਸੀਂ? ਦੇਖੋ ਜੀ ਹੁਣ ਕਹਿੰਦੇ ਨਾ ਵੀ ਆਪ ਨਾ ਮਰੀਏ ਤੇ ਸਵਰਗ ਨਾ ਜਾਈਏ। ਉਹ ਜਦੋਂ ਤੱਕ ਆਪਾਂ ਡਾਇਗਨੋਜ਼ ਹੀ ਨਹੀਂ ਕਰਾਂਗੇ ਉਹ ਸਾਨੂੰ ਕਿਹੜਾ। ਪਰ ਉਹ ਕਹਿੰਦੇ ਨੇ ਕਿ ਜੀ ਜਿਹੜੇ ਹਕੀਮ ਹੁੰਦੇ ਨੇ ਉਹਨੂੰ ਤਾਂ ਡਾਇਗਨੋਜ਼ ਦੀ ਜ਼ਰੂਰਤ ਹੀ ਨਹੀਂ ਪੈਂਦੀ, ਉਹਨੂੰ ਤਾਂ ਅਸੀਂ ਦੱਸ ਦਿੰਦੇ ਹਾਂ। ਦੇਖੋ ਬੜਾ ਇੱਕ ਐਕਸਪੀਰੀਅੰਸ ਦੇ ਨਾਲ ਬੰਦੇ ਨੂੰ ਪਤਾ ਲੱਗ ਜਾਂਦਾ ਕਈ ਗੱਲਾਂ ਦਾ। ਪਰ ਆਪਾਂ ਜੀ ਉਸ ਚੀਜ਼ ਨੂੰ ਮੇਕ ਸ਼ੋਰ ਕਰ ਲਈਏ ਆਪਣੇ ਮਰੀਜ਼ਾਂ ਨੂੰ ਟੈਸਟ ਦਾ ਕਹਿਣ ਦਾ ਇੱਕ ਵੱਡਾ ਰੀਜ਼ਨ ਅੱਜ ਮੈਂ ਉਹ ਵੀ ਨਵਾਂ ਇੱਕ ਖੁਲਾਸਾ ਕਰਨ ਜਾ ਰਿਹਾ ਬੜਾ ਅਹਿਮ ਅਤੇ ਇੰਪੋਰਟੈਂਟ। ਉਹਦੇ ਵਿੱਚ ਇਹ ਹੁੰਦਾ ਵੀ ਅਗਲੇ ਨੂੰ ਕਿਉਂ ਪਤਾ ਲੱਗੇਗਾ ਵੀ ਦਵਾਈ ਦਾ ਫਾਇਦਾ ਹੋ ਰਿਹਾ ਜਾਂ ਨਹੀਂ ਹੋ ਰਿਹਾ। ਮੰਨ ਲਓ ਉਹਦੇ ਜਿਹੜੇ ਐਕਟਿਵ ਸਪਰਮ ਨੇ ਉਹ ਘੱਟ ਨੇ ਜਾਂ ਵੱਧ ਨੇ ਜਾਂ ਕੁਛ ਵੀ ਹੈ, ਉਹ ਇਲਾਜ ਦੀ ਆਪਾਂ ਜਦੋਂ ਸ਼ੁਰੂਆਤ ਕਰਨੀ ਉਦੋਂ ਪਤਾ ਹੋਣਾ ਚਾਹੀਦਾ ਨਾ ਕਿੰਨੇ ਨੇ, ਦਵਾਈ ਖਾਣ ਤੋਂ ਬਾਅਦ ਕਿੰਨੇ ਨੇ। ਉਹ ਤਾਂ ਹੀ ਆਪਾਂ ਡਿਫਰੈਂਸ਼ੀਏਟ ਕਰਾਂਗੇ ਨਾ ਜਦੋਂ ਆਪਾਂ ਇਲਾਜ ਤੋਂ ਪਹਿਲਾਂ ਉਹਦਾ ਟੈਸਟ ਕਰਾਇਆ ਹੋਏਗਾ। ਜੇ ਆਪਾਂ ਟੈਸਟ ਹੀ ਨਹੀਂ ਕਰਾਇਆ, ਮੰਨ ਲਓ ਜੇ ਅਗਲੇ ਦੇ 20% ਸੀਗੇ ਇਲਾਜ ਨਾਲ ਉਹਦੇ 40 ਹੋ ਗਏ, ਅਖੀਰ 'ਚ ਟੈਸਟ ਕਰਾਏਗਾ ਉਹ ਕਹੇਗਾ ਜੀ 40 ਤਾਂ ਮੇਰੇ ਪਹਿਲਾਂ ਹੀ ਸੀਗੇ। ਫਿਰ ਆਪਾਂ ਉਸ ਚੀਜ਼ ਦਾ ਕਿੱਦਾਂ ਨਿਤਾਰਾ ਕਰਾਂਗੇ ਵੀ ਸਾਡੀ ਦਵਾਈ ਨੇ ਕੋਈ ਫਾਇਦਾ ਕੀਤਾ ਕਿ ਨਹੀਂ ਕੀਤਾ? ਕਿਉਂਕਿ ਇੱਥੇ ਲੋਕਾਂ ਨੂੰ ਕਨਵਿੰਸ ਕਰਨਾ ਪੈਂਦਾ, ਸਮਝਾਉਣਾ ਪੈਂਦਾ ਵੀ ਭਾਈ ਤੂੰ ਬਿਮਾਰ ਹੈ, ਤੂੰ ਤਾਂ ਮੇਰੇ ਤੋਂ ਆਇਆ ਸੀ ਜਾਂ ਤੈਨੂੰ ਆਹ ਪ੍ਰੋਬਲਮ ਸੀਗੀ। ਉਹ ਚੀਜ਼ ਨੂੰ ਇੱਕ ਸਮਝਾਉਣ ਲਈ ਟੈਸਟ ਕਰਾਉਣੇ ਬਹੁਤ ਜ਼ਰੂਰੀ ਨੇ ਜੀ। ਅੱਛਾ, ਫਿਰ ਜਾਂਦੇ ਜਾਂਦੇ ਵੈਦ ਜੀ ਹਮੇਸ਼ਾ ਦੀ ਤਰ੍ਹਾਂ ਤੁਸੀਂ ਅੱਜ ਕਿਹੜਾ ਫਾਰਮੂਲਾ ਹੈ ਜਿਹੜਾ ਤੁਸੀਂ ਸਾਡੇ ਨੌਜਵਾਨਾਂ ਨਾਲ ਸ਼ੇਅਰ ਕਰੋਗੇ ਜਿਸ ਦੇ ਨਾਲ ਉਹਨਾਂ ਦੀ ਜਿਹੜੀ ਤਾਕਤ ਵਾਲੇ ਪਾਸਿਓਂ ਕਮਜ਼ੋਰੀ ਵਾਲੇ ਪਾਸਿਓਂ ਖਹਿੜਾ ਛੁੱਟੇ ਅਤੇ ਤਾਕਤ ਵਾਲੇ ਪਾਸੇ ਲੱਗਣ? ਵੈਸੇ ਤੁਸੀਂ ਅੱਜ ਬਹੁਤ ਵੱਡਾ ਫਾਰਮੂਲਾ ਜਿਹੜਾ ਯੂਰਨ ਪਾਸ ਕਰਨ ਦਾ ਦੱਸਿਆ, ਅਤੇ ਹੁਣ ਕੀ ਤੁਹਾਡੇ ਕੋਲੋਂ ਕਿਹੜਾ ਫਾਰਮੂਲਾ ਅੱਜ ਤੁਸੀਂ ਕਿਹੜਾ ਸਾਂਝਾ ਕਰੋਗੇ ਤਾਂ ਕਿ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਘੱਟ ਤਾਕਤ ਦਾ ਅਹਿਸਾਸ ਨਾ ਹੋਵੇ? ਦੇਖੋ ਜੀ ਸਭ ਤੋਂ ਜਿਹੜੀ ਮੇਨ ਇੰਪੋਰਟੈਂਟ ਚੀਜ਼ ਹੈ ਨਾ, ਤੁਸੀਂ ਕੋਈ ਵੀ ਪ੍ਰੋਡਕਟ ਲੈਂਦੇ ਹੋ, ਜਿਮ ਜਾਂਦੇ ਹੋ ਜਾਂ ਨਹੀਂ ਜਾਂਦੇ, ਜਾਂ ਕੋਈ ਵੀ ਤੁਸੀਂ ਆਰਟੀਫਿਸ਼ੀਅਲ ਪ੍ਰੋਡਕਟ ਯੂਜ਼ ਕਰਦੇ ਹੋ ਇੱਕ ਤਾਕਤ ਵਧਾਉਣ ਲਈ, ਅੱਜ ਕੱਲ੍ਹ ਕੈਪਸੂਲ ਚੱਲੇ ਨੇ ਬੜੇ। ਮੈਂ ਹੁਣ ਕਿਸੇ ਕੈਪਸੂਲ ਵਾਲੇ ਦਾ ਨਾਂ ਨਹੀਂ ਲਵਾਂਗਾ ਵੀ ਫਲਾਣਾ ਕੈਪਸੂਲ ਖਾਂਦੇ ਪਏ, ਫਲਾਣਾ ਖਾਂਦੇ ਪਏ। ਕਿਸੇ ਵੀ ਮੈਡੀਕਲ ਦੀ ਸਲਾਹ ਲਏ ਬਿਨਾਂ ਜਿਹੜੀ ਚੀਜ਼ ਦੀ ਤੁਹਾਨੂੰ ਰਿਕੁਆਇਰਮੈਂਟ ਹੈ, ਕੈਲਸ਼ੀਅਮ ਹੈ, ਆਇਰਨ ਹੈ, ਵਿਟਾਮਿਨ ਹੈ, ਕੋਈ ਵੀ ਤੁਹਾਡੀ ਬੋਡੀ ਦੇ ਵਿੱਚ ਉਹ ਸਭ ਕੁਛ ਨੈਚੁਰਲੀ ਬਣਦਾ। ਜਦੋਂ ਤੁਸੀਂ ਉਹਦੀ ਆਰਟੀਫਿਸ਼ੀਅਲ ਫਾਰਮ ਲੈ ਲਓਗੇ ਉਹ ਬੋਡੀ ਆਟੋਮੈਟਿਕਲੀ ਉਹ ਚੀਜ਼ ਬਣਾਉਣੀ ਬੰਦ ਕਰ ਦੇਗੀ ਕਿਉਂਕਿ ਕਹੇਗੀ ਇਹਨੂੰ ਲੋੜ ਨਹੀਂ ਹੈਗੀ। ਉਹ ਹਰ ਚੀਜ਼ ਤੁਸੀਂ ਨੈਚੁਰਲ ਵੇ ਨਾਲ ਪੂਰੀ ਕਰੋ, ਡਾਇਟ ਨਾਲ ਪੂਰੀ ਕਰੋ।
ਬਜਾਏ ਕਿ ਆਰਟੀਫਿਸ਼ੀਅਲ ਚੀਜ਼ਾਂ ਬਾਜ਼ਾਰੋਂ ਲੈ ਕੇ ਪੂਰੀਆਂ ਕਰੋਗੇ। ਉਹਦਾ ਆਏ ਦਿਨ ਕਿਤੇ ਨਾ ਕਿਤੇ ਤੁਹਾਡੀ ਬਾਡੀ ਨੂੰ ਕੋਈ ਨਾ ਕੋਈ, ਤੁਹਾਨੂੰ ਆਪ ਨੂੰ ਪਤਾ ਲੱਗ ਜਾਏਗਾ ਵੀ ਤੁਹਾਨੂੰ ਕੋਈ ਨਾ ਕੋਈ ਸਾਈਡ ਇਫੈਕਟ ਹੈਗਾ। ਤੁਸੀਂ ਹਰ ਚੀਜ਼ ਨੂੰ ਕੁਦਰਤੀ ਤੌਰ 'ਤੇ ਪੂਰਾ ਕਰੋ, ਕਿਉਂਕਿ ਉਹੀ ਜਿਹੜੀ ਕੁਦਰਤ ਹੈ ਨਾ, ਜਦੋਂ ਕੁਦਰਤ ਦੇ ਨਾਲ ਆਪਾਂ ਖਿਲਵਾੜ ਕਰਦੇ ਹਾਂ ਫਿਰ ਉਹਦਾ ਆਪਾਂ ਨੂੰ ਕੋਈ ਨਾ ਕੋਈ ਕਿਤੇ ਨਾ ਕਿਤੇ ਖਮਿਆਜਾ ਭੁਗਤਣਾ ਪੈਂਦਾ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸਾਰਾ ਸਮਾਂ ਦੇਣ ਲਈ ਤੁਹਾਡਾ। ਤੁਸੀਂ ਬਹੁਤ ਕੀਮਤੀ ਗੱਲਾਂ ਅੱਜ ਸਾਂਝੇ ਕੀਤੇ ਨੇ, ਇਸ ਲਈ ਮੇਰੇ ਵੱਲੋਂ ਤੇ ਸਾਡੇ ਦਰਸ਼ਕਾਂ ਵੱਲੋਂ ਬਹੁਤ ਬਹੁਤ ਧੰਨਵਾਦ ਤੁਹਾਡਾ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਦੇਖਣ ਵਾਲਿਆਂ ਨੂੰ ਜੀ। ਸੋ ਇਹ ਸਨ ਵੈਦ ਹਰਸ਼ਵੀਰ ਸਿੰਘ, ਜਿਨ੍ਹਾਂ ਨੇ ਅੱਜ ਬਹੁਤ ਅਹਿਮ ਗੱਲਾਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਔਰ ਖ਼ਾਸ ਕਰਕੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਪਿਸ਼ਾਬ ਕਰਨ ਦਾ ਢੰਗ ਬਦਲ ਲਈਏ ਤਾਂ ਸਾਡੀ ਜਿਹੜੀ ਜ਼ਿੰਦਗੀ ਹੈ ਉਹ ਬਦਲ ਜਾਏਗੀ। ਬਿਮਾਰੀਆਂ ਛੂ ਮੰਤਰ ਹੋ ਜਾਣਗੀਆਂ, ਟਾਟਾ ਬਾਏ ਬਾਏ, ਬਿਮਾਰੀਆਂ ਸਾਨੂੰ ਕਦੋਂ ਕਰ ਗਈਆਂ ਸਾਨੂੰ ਖੁਦ ਵੀ ਪਤਾ ਨਹੀਂ ਲੱਗੇਗਾ। ਪਰ ਇੱਥੇ ਗੱਲ ਅਮਲ ਕਰਨ ਦੀ ਹੈ। ਸੋ ਜਿਹੜੀਆਂ ਕੀਮਤੀ ਜਾਣਕਾਰੀਆਂ ਇਹਨਾਂ ਨੇ ਆਪਣੇ ਤਜਰਬੇ ਦੇ ਵਿੱਚੋਂ ਕੱਢ ਕੇ ਅੱਜ ਸਾਡੇ ਨਾਲ ਸਾਂਝੇ ਕੀਤੀਆਂ ਨੇ, ਮੈਂ ਉਮੀਦ ਕਰਦਾ ਕਿ ਜਿਨ੍ਹਾਂ ਲੋਕਾਂ ਨੂੰ ਇਸ ਤਰ੍ਹਾਂ ਦੀ ਸ਼ੁਰੂਆਤ ਹੈਗੀ ਹੈ ਤਾਂ ਉਹ ਇਹਨਾਂ ਗੱਲਾਂ ਦਾ ਖਿਆਲ ਰੱਖਣਗੇ। ਅਤੇ ਜੇਕਰ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਉਹ ਬਿਨਾਂ ਸਮਾਂ ਗਵਾਏ, ਬਿਨਾਂ ਪੈਸੇ ਦਿੱਤੇ ਵੈਦ ਜੀ ਨਾਲ ਕੰਸਲਟ ਕਰ ਸਕਦਾ, ਕਿਉਂਕਿ ਇਹ ਜਿਹੜੇ ਕੰਸਲਟੈਂਸੀ ਦੇ ਜਿਹੜੇ ਕੰਸਲਟ ਕਰਨ ਦੇ ਕੋਈ ਚਾਰਜ ਨਹੀਂ ਕਰਦੇ। ਅਤੇ ਸਾਡਾ ਵੀ ਏਮ ਇਹੀ ਹੈ ਕਿ ਜਿਹੜੇ ਅਖੌਤੀ ਵੈਦ ਤਾਕਤਾਂ ਦੇ ਨਾਂ 'ਤੇ ਇਸ ਵੇਲੇ ਨੌਜਵਾਨਾਂ ਦੀ ਲੁੱਟ ਕਰ ਰਹੇ ਨੇ, ਅਸੀਂ ਉਹਨਾਂ ਤੋਂ ਤੁਹਾਨੂੰ ਬਚਾ ਸਕੀਏ। ਫਿਲਹਾਲ ਇਹ ਗੱਲਬਾਤ ਮੈਨੂੰ ਇੱਥੇ ਹੀ ਖ਼ਤਮ ਕਰਨ ਦੀ ਦਿਓ ਆਗਿਆ। ਅਗਲੀ ਵਾਰ ਨਵਾਂ ਟੌਪਿਕ ਲੈ ਕੇ ਵੈਦ ਜੀ ਹੋਰਾਂ ਕੋਲ ਅਸੀਂ ਆਵਾਂਗੇ ਅਤੇ ਤੁਹਾਡੇ ਨਾਲ ਰੂਬਰੂ ਕਰਵਾਵਾਂਗੇ। ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖ਼ਤਮ ਕਰਨ ਦੀ ਦਿਓ ਆਗਿਆ। ਧੰਨਵਾਦ।